ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਪ੍ਰਵੀਨ ਅਰੋੜਾ ਵਿਜ਼ਨ ਵੇ ਤੋਂ ਰੋਜ਼ ਦੀ ਤਰ੍ਹਾਂ ਆਪਾਂ ਅੱਜ ਵੀ ਤੁਹਾਡੇ ਵਾਸਤੇ ਲਾਈਵ ਸ਼ੋਅ ਲੈ ਕੇ ਆਏ ਹਾਂ, ਜਿਹਦੇ ਅੰਦਰ ਆਪਾਂ ਅੱਜ ਗੱਲ ਕਰਾਂਗੇ। ਸਪੈਸ਼ਲੀ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਦੇਖ ਸਕਦੇ ਹੈਗੇ ਸ਼ੋਅ ਕਿਸ ਚੀਜ਼ ਨੂੰ ਲੈ ਕੇ ਰਿਲੇਟਡ ਹੈਗਾ। ਇਸ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੱਡੀ ਇਨ ਨਿਊਜ਼ੀਲੈਂਡ ਜੋ ਪਿਛਲੇ 2 ਸਾਲ ਤੋਂ ਵੀਜ਼ਾਸ ਦੇਣੇ ਬੰਦ ਕਰ ਚੁੱਕਿਆ ਸੀ। ਜੋ ਸਟੂਡੈਂਟਸ ਇਧਰ ਇੰਡੀਆ ਦੇ ਅੰਦਰ ਆ ਗਏ ਸੀਗੇ ਉਹ ਵਾਪਿਸ ਨਹੀਂ ਜਾ ਪਾਏ। ਬਹੁਤ ਸਾਰੇ ਸਟੂਡੈਂਟਸ ਨੂੰ ਕਈ ਤਰੀਕੇ ਦੇ ਲੋਸ फेस करने पे, पर अगेन दोबारा और अच्छी गल है कि न्यूजीलैंड ने जो उत्थे बच्चे रहे उन्होंने रिकॉर्ड भी फुल किया और किसी ने हद तक वो PR लैंड विच भी कामयाब हुए। तो इत्थे अज आपां गल करांगे कि न्यूजीलैंड दोबारा ओपन हो गया। विभा जी जो लाइसेंस इमीग्रेशन एडवाइजर ने और न्यूजीलैंड का इन्हां दा तजुर्बा एज कंपेयर टू अदर कंट्रीज, अगर मैं बोलना कि विजन वे जो जाने गया जो पहचान बनाई वो न्यूजीलैंड तो ही बनाई। अज दोबारा न्यूजीलैंड स्टार्ट हो चुका है और न्यूजीलैंड के बारे ਤੁਹਾਨੂੰ डिटेल इन्फॉर्मेशन प्रोवाइड करांगे। न्यूजीलैंड ने नॉमिनी प्रोग्राम नॉमिनी कॉलेजेस ਦੇ ਵਿੱਚ अलग-अलग सीट्स रिक्रूट ਕੀਤੀਆਂ ਨੇ, कॉलेजेस ਨੂੰ सीट्स ਦਿੱਤੀਆਂ ਨੇ, ਉਹਦੇ ਬਾਰੇ ਗੱਲ ਕਰਾਂਗੇ ਤੇ ਹੋਰ ਡਿਟੇਲ ਉਹਦੀ ਰਿਕੁਆਇਰਮੈਂਟਸ ਦੇ ਬਾਰੇ ਗੱਲ ਕਰਾਂਗੇ ਕੀ ਉਹਦੀ ਰਿਕੁਆਇਰਮੈਂਟਸ ਨੇ ਔਰ ਲੇਟੈਸਟ ਚੇਂजेस ਹੋਣ ਨੇ ਕੀ ਲੈ ਕੇ ਆਏ ਨੇ। ਜੀ ਵਿਭਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਿਭਾ ਅਰੋੜਾ ਵਿਜ਼ਨ ਵੇ ਆਇਲਸ ਇਮੀਗ੍ਰੇਸ਼ਨ ਤੋਂ आज बहुत अच्छी न्यूज़ लेके आ रहे हैं स्टडी इन न्यूजीलैंड, जो कि पिछले 2 साल से, क्योंकि जिद्दां कि प्रवीण सर ने दस्सिया कि मैं लाइसेंस इमीग्रेशन एडवाइजर हाँ, इमीग्रेशन एडवाइजर अथॉरिटी न्यूजीलैंड वालों, ਤੇ ਇਸ ਕਰਕੇ ਮੇਰੇ ਕੋਲ ਬਹੁਤ ਸਾਰੀ ਕੁਐਰੀਜ਼ ਜੋ ਐਵਰੀ ਮੰਥ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਨਿਊਜ਼ੀਲੈਂਡ ਦੀ ਕੁਐਰੀਜ਼ ਆ ਹੀ ਰਹੀ ਸੀ। ਬੱਚੇ ਮੈਨੂੰ ਕਾਲ ਕਰਦੇ ਸੀ, ਮੈਮ ਮੇਰੀ ਬ੍ਰਦਰ ਸਿਸਟਰ ਉੱਥੇ, ਮੈਂ ਜਾਣਾ ਨਿਊਜ਼ੀਲੈਂਡ ਹੀ, ਮੈਂ ਵੇਟ ਕਰ ਲਾਂਗਾ। ਤੇ ਬੱਚਿਓ ਅੱਜ ਵੇਟ ਤੁਹਾਡੀ ਓਵਰ ਹੋ ਚੁੱਕੀ ਹੈ। ਨਿਊਜ਼ੀਲੈਂਡ ਨੇ ਵੀਜ਼ਾ ਦੇਣੇ ਫੇਰ ਸ਼ੁਰੂ ਕਰ ਦਿੱਤੇ ਨੇ। ਡੋਰਸ ਓਪਨ ਕਰਤੇ ਨੇ। ਬਿਲਕੁਲ, ਨਿਊਜ਼ੀਲੈਂਡ ਨੇ ਸਟੂਡੈਂਟਸ ਨੂੰ ਫੇਰ ਇਨਵਾਈਟ ਕਰ ਲਿੱਤਾ ਹੈਗਾ, ਬਟ ਉਹਨਾਂ ਨੇ ਇੱਕ ਚੈੱਕ ਲਗਾਇਆ ਹੈਗਾ ਸਟੂਡੈਂਟਸ ਦੇ ਉੱਤੇ, ਜਿਹੜਾ ਸਾਨੂੰ ਜੁਲਾਈ ਲਿਮਿਟੇਸ਼ਨਸ ਉਹਨਾਂ ਨੇ ਰੱਖੀਆਂ ਨੇ ਜੁਲਾਈ ਇਨਟੇਕ ਦੇ ਵਾਸਤੇ। ਜੁਲਾਈ ਇਨਟੇਕ ਲਈ ਉਹਨਾਂ ਨੇ ਸਰ ਲਿਮਿਟੇਸ਼ਨਸ ਰੱਖੀਆਂ ਨੇ, ਜਿੰਦੇ ਉੱਤੇ ਕਿ ਤੁਸੀਂ ਲਿਮਿਟੇਸ਼ਨਸ ਪ੍ਰੋਫਾਈਲਸ ਨੂੰ ਲੈ ਕੇ ਜਾਂ ਨੰਬਰਸ ਨੂੰ ਲੈ ਕੇ? ਨਹੀਂ ਸਰ, ਇਹ ਨੰਬਰਸ ਨੂੰ ਲੈ ਕੇ ਲਿਮਿਟੇਸ਼ਨ ਹੈ, ਪ੍ਰੋਫਾਈਲ ਤੇ ਲਿਮਿਟੇਸ਼ਨ ਨਹੀਂ ਹੈਗੀ। ਤੁਹਾਡਾ ਪ੍ਰੋਫਾਈਲ ਤੁਸੀਂ ਅੱਜ ਵੀ ਸੇਮ ਪ੍ਰੋਫਾਈਲ ਜੋ ਅਸੀਂ ਪਹਿਲੇ ਲੈਂਦੇ ਸੀ ਕਿ +2 ਕੀਤੀ ਹੈ 2019 20 21 ਪਾਸ ਆਊਟ ਹੈਗੇ ਹੋ, ਆਈਲੈਟਸ 5.5 ਨੋਟ ਲੈਸ ਦੈਨ 5 ਹੈਗੇ। ਬਹੁਤ ਅੱਛਾ ਨਿਊਜ਼ ਹੈ ਕਿ 5.5 ਬੈਂਡ ਨੋਟ ਲੈਸ ਦੈਨ 5 ਬੈਂਡ ਦੇ ਨਾਲ ਜੋ ਸਟੂਡੈਂਟਸ ਆਸਟ੍ਰੇਲੀਆ ਨਹੀਂ ਜਾ ਪਾ ਰਹੇ ਸੀ ਜਾਂ ਫਿਰ UK ਦੇ ਅੰਦਰ ਨਹੀਂ ਜਾ ਪਾ ਰਹੇ ਸੀ ਜਾਂ ਉਹਨਾਂ ਦਾ ਫੀਲਡ ਆਫ ਇੰਟਰਸਟ ਨਹੀਂ ਸੀਗਾ, ਔਰ ਆਸਟ੍ਰੇਲੀਆ ਨਿਊਜ਼ੀਲੈਂਡ ਦੋਨੋਂ ਦੇ ਅੰਦਰ ਸੇਮ ਰੂਲਸ ਚੱਲਦੇ ਹੈਗੇ ਨੇ। और ऑस्ट्रेलिया जाने वाले स्टूडेंट ਜਿਹੜੇ ऑस्ट्रेलिया ने अपने रूल्स चेंज ਕੀਤੇ ਨੇ और 2021 पास आउट ਨੂੰ यूनिवर्सिटीज और कॉलेजेस ने लेना स्टार्ट ਕੀਤਾ ਹੈਗਾ और 19 और 20 पास आउट जो ऑस्ट्रेलिया नहीं जा पा रहे ਸੀਗੇ, क्या ਉਹਨਾਂ ਨੂੰ ਅੱਜ ਸਵਿਚ ਕਰ ਲੈਣਾ ਚਾਹੀਦਾ, ਆਪਣੀ ਡੈਸਟੀਨੇਸ਼ਨ ਚੇਂਜ ਕਰ ਲੈਣਾ ਚਾਹੀਦਾ? ਬਿਨਾਂ ਕੁਝ ਸੋਚੇ ਸਮਝੇ ਉਹਨਾਂ ਨੂੰ ਬਿਲਕੁਲ ਸਵਿਚ ਕਰ ਲੈਣਾ ਚਾਹੀਦਾ, ਕਿਉਂਕਿ ਨਿਊਜ਼ੀਲੈਂਡ ਹਮੇਸ਼ਾ ਤੋਂ ਇੱਕ ਫੇਵਰਿਟ ਡੈਸਟੀਨੇਸ਼ਨ ਰਿਹਾ, ਬਟ ਕੋਵਿਡ ਕਰਕੇ ਬੱਚੇ ਆਪਣੇ ਡ੍ਰੀਮਸ ਪੂਰੇ ਨਹੀਂ ਕਰ ਪਾ ਰਹੇ ਸੀ। ਤੇ ਜਿੱਦਾਂ ਕਿ ਆਪਾਂ ਪਹਿਲੇ ਵੀ ਗੱਲ ਕਰ ਰਹੇ ਸੀ ਕਿ 31 ਮਾਰਚ ਨੂੰ ਨਿਊ ਰੂਲਸ ਆਣਗੇ ਤੇ ਉਹ ਵੀ ਅਪਡੇਟ ਹੋ ਚੁੱਕੇ ਨੇ। ਜੀ ਇਹ ਬੜਾ ਜ਼ਰੂਰੀ ਹੈ ਕਿ 14 ਇਅਰਸ ਦੇ ਅੰਦਰ ਆਪਾਂ ਬੜੇ ਸਾਰੇ ਅਪ ਡਾਊਨ ਦੇਖੇ ਨੇ। ਉਹ ਅਪ ਡਾਊਨ ਦੇ ਵਿੱਚ ਇੱਕ ਕੰਟਰੀ ਬੰਦ ਹੁੰਦੀ ਹੈ, ਦੂਸਰੀ ਓਪਨ ਹੁੰਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹਿਸਟਰੀ ਦੇ ਅੰਦਰ ਹੈਗਾ ਕਿ ਜਦੋਂ ਸੇਮ ਟਾਈਮ ਤੇ ਆ 4 ਕੰਟਰੀਜ਼ ਓਪਨ ਨੇ। ਕੈਨੇਡਾ ਓਪਨ ਹੈ, UK ਓਪਨ ਹੈ, UK ਇਸ ਟਾਈਮ ਤੇ ਆਲਮੋਸਟ 100% ਵੀਜ਼ਾ ਦੇ ਰਿਹਾ ਹੈ। ਉਸ ਤੋਂ ਬਾਅਦ ਆਸਟ੍ਰੇਲੀਆ ਓਪਨ ਹੈ, ਬਟ ਫॉर द ਗੁੱਡ ਪ੍ਰੋਫਾਈਲਸ, ਕਿਉਂਕਿ ਆਸਟ੍ਰੇਲੀਆ ਐਕੈਡੈਮਿਕਲੀ ਕਿਤੇ ਕੰਪਰੋਮਾਈਜ਼ ਨਹੀਂ ਕਰਦਾ ਹੈਗਾ। ਅੱਜ ਸਾਨੂੰ ਉਮੀਦ ਸੀ ਕਿ ਸਾਡਾ ਇੰਡੀਆ ਜਿਹੜਾ ਹੈਗਾ ਲੈਵਲ 3 ਦੇ ਅੰਦਰ ਜੋ ਰੂਲ ਚੇਂਜ ਹੋਣੇ ਸੀਗੇ ਕਿ ਇੰਡੀਆ ਲੈਵਲ 3 ਤੋਂ ਲੈਵਲ 2 ਦੇ ਅੰਦਰ ਆ ਜਾਏਗਾ, ਬਟ ਸਾਡੇ ਕੁਝ ਲੋਕਾਂ ਦੀ ਮਿਸ ਰੋਂਗ ਪ੍ਰੈਕਟਿਸ ਦੀ ਵਜ੍ਹਾ ਤੋਂ ਇੰਡੀਆ ਨੂੰ ਉਹਨਾਂ ਨੇ ਸੇਮ ਲੈਵਲ 3 ਦੇ ਅੰਦਰ ਹੀ ਰਿਟੇਨ ਕੀਤਾ ਹੈ। ਤੇ ਹਰ ਐਪਲੀਕੇਸ਼ਨ ਦੇ ਉੱਤੇ ਚੈੱਕ ਹੈ ਉਹਨੇ, ਹਰ ਐਪਲੀਕੇਸ਼ਨ ਦੇ ਡਾਕੂਮੈਂਟਸ ਨੂੰ ਚੈੱਕ ਹੋ ਗਿਆ ਕਿ ਜੇ ਤੁਸੀਂ 2021 ਪਾਸ ਆਊਟ +2 ਹੈਗੇ ਹੋ ਤੇ ਤਾਂ ਹੀ ਦੈਨ ਓਨਲੀ ਅਗਰ +2 ਤੇ 2021 ਪਾਸ ਆਊਟ ਹੀ ਤੁਸੀਂ ਅਪਲਾਈ ਕਰੋ, ਅਦਰਵਾਈਜ਼ ਆਸਟ੍ਰੇਲੀਆ ਵੱਲ ਨਾ ਜਾਓ। ਜਾਂ ਫਿਰ 20 ਪਾਸ ਆਊਟ ਹੋ ਤੁਸੀਂ ਫਾਈਨਲੀ, ਕਿਉਂਕਿ ਹੁਣ ਤਾਂ ਫਾਈਨਲ ਈਅਰ ਦੇ ਐਗਜ਼ਾਮ ਹੀ ਆ ਜਾਣਗੇ, ਸੈਕੰਡ ਈਅਰ ਦੇ ਐਗਜ਼ਾਮ ਆ ਜਾਣਗੇ, ਤੇ ਉਹ ਬੱਚਿਆਂ ਨੂੰ ਐਡਵਾਈਸ ਕੀਤਾ ਜਾਏਗਾ ਕ੍ਰੈਡਿਟਸ ਲੈ ਸਕਦੇ ਜੀ। ਕ੍ਰੈਡਿਟਸ ਅਗਰ ਤੁਸੀਂ ਮੰਨ ਲਓ 2020 1.5 ਸਾਲ ਦੇ ਆਪਣੇ ਐਗਜ਼ਾਮ ਦੇਤੇ ਨੇ ਤੇ ਤੁਸੀਂ ਗ੍ਰੈਜੂਏਸ਼ਨ ਕੰਟੀਨਿਊ ਕਰ ਰਹੇ ਹੋ, 1.5 ਸਾਲ ਦੇ ਐਗਜ਼ਾਮ ਦੇ ਚੁੱਕੇ ਹੋ, IELTS 6 ਵਿਦ 5.5 ਹੈਗੀ, ਫਿਰ ਅਸੀਂ ਤੁਹਾਡਾ ਆਸਟ੍ਰੇਲੀਆ ਵੀ ਕ੍ਰੈਡਿਟਸ ਦੇ ਨਾਲ ਆਪਾਂ ਕਰਵਾ ਸਕਦੇ ਹਾਂ। ਬਟ ਅੱਜ ਤੋਂ ਜੋ ਆਪਾਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ on the IELTS ਦੀ ਰਿਕੁਆਇਰਮੈਂਟ ਜਿਹੜੀ ਹੈ ਸਿਰਫ 5.5 ਨੋਟ ਲੈਸ ਦੈਨ 5 ਬੈਂਡ से कुछ एकेडमिक रिक्वायरमेंट्स भी की परसेंटेज नहीं। अब देखो सर, पता क्या होता है कि बच्चे ने अगर पढ़न जाना है ਉਹਨਾਂ ਦੀ ਕੋਈ ਰਿਕੁਆਇਰਮੈਂਟ, ਬਟ ਐਟਲੀਸਟ 50% ਮਾਰਕਸ ਜ਼ਰੂਰ ਹੋਣ ਸੀਨੀਅਰ 50 और 55% ਨਾ ਇਹਦੇ ਵਿੱਚ ਹੋਣਾ ਹੀ ਚਾਹੀਦਾ ਤਾਂ ਕਿ ਬੱਚਾ ਆਪਣੀ ਅਗਲੀ ਸਟੱਡੀ ਕੰਪਲੀਟ ਕਰ ਪਾਏ। ਤੇ ਜੋ ਵਿਜ਼ਨ ਵੇ ਬੇਸਿਕਲੀ ਅਸੀਂ ਜੋ ਪ੍ਰੋਫਾਈਲ ਐਕਸੈਪਟ ਕਰਾਂਗੇ ਉਹ +2
50% ਮਾਰਕਸ ਉਹ 55 और जी। डिपेंड्स अपॉन सीबीएसई और ਕਿਹੜੇ ਬੋਰਡ ਤੋਂ ਤੁਸੀਂ ਸਟੱਡੀ जी जी ਕੀਤੀ जी, ਹੈ बिल्कुल। ਨਾਲ ਸਾਨੂੰ ਆਈਐਲਟਸ ਚਾਹੀਦੀ ਹੈ 5.5 19 20 21 ਪਾਸ ਆਊਟ ਬੱਚਾ ਲਵਾਂਗੇ ਅਸੀਂ ਜੀ ਤੇ 2019 ਪਾਸ ਆਊਟ ਵਾਸਤੇ ਕਿਆ ਸਾਡੇ ਕੋਲ ਬਲਕ ਦੀ ਸੀਟਸ ਹੈਗੀ ਨਾ ਕਿਆ ਇਮੀਗ੍ਰੇਸ਼ਨ ਵੀਜ਼ਾ ਦੇਗੀ ਨਹੀਂ ਸਰ ਮੈਂ ਥੀ ਮਤਲਬ ਕਿਆ ਤੁਸੀਂ ਆਪਾਂ ਬਹੁਤ ਜ਼ਿਆਦਾ ਉਹਨੂੰ ਪ੍ਰਮੋਟ ਕਰਨ ਜਾ ਰਹੇ ਹੋ ਨਹੀਂ ਸਰ Limitations ਐਦਾਂ ਹੈ? ਹੈਗਾ ਕਿ ਸਾਡੇ ਕੋਲ ਜੁਲਾਈ ਵਿੱਚ ਬਹੁਤ ਲਿਮਿਟਿਡ ਸੀਟਸ ਨੇ ਹੋ ਸਕਦਾ 10 ਹੀ ਸੀਟਸ ਹੋਣ ਇਨ ਟੋਟਲ ਤੇ ਇਸ ਟਾਈਮ ਜੁਲਾਈ ਦੀ ਸੀਟਸ ਬਹੁਤ ਲਿਮਿਟਿਡ ਜਾਈਆਂ ਨੇ ਤੇ ਰੀਫੰਡ ਹੀ ਮੰਗਵਾਇਆ ਕਈ ਵੈਸੇ ਹੀ ਹਲੇ ਵੀ ਵੇਟ ਹੀ ਕਰ ਰਹੇ ਨੇ ਆਪਣੀ ਏਆਈਪੀ ਦੇ ਨਾਲ ਅਗਰ ਉਹ ਬੱਚਾ ਸਪੈਸੀਫਿਕਲੀ ਜਿੰਦੀ ਏਆਈਪੀ ਆਈ ਸੀ ਅੱਜ ਵੀ ਉਹ ਬੱਚਾ ਹੁਣ ਨਿਊਜ਼ੀਲੈਂਡ ਕੰਟੀਨਿਊ ਕਰਦਾ ਹੈ ਤੇ ਉਹ ਮੋਸਟ ਵੈਲਕਮ ਉਹ ਹੈ ਨੋਮੀਨੀ ਪ੍ਰੋਗਰਾਮ ਦੇ ਅੰਦਰ ਅਗਰ ਉਸ ਉਹਨਾਂ ਨੂੰ ਕਾਲਜ ਸਭ ਦੇ ਤੋਂ ਅੰਦਰ ਪਹਿਲੀ ਕਾਲਜ ਨੂੰ preference ਸੀਟਸ ਅਲੋਟ ਹੋਈਆਂ ਨੇ ਤੇ ਕਿਉਂਕਿ ਉਹਦਾ ਵੀਜ਼ਾ ਆਲਰੇਡੀ ਅਪਰੂਵਡ ਹੈ ਔਰ ਉਹ ਬੜੇ ਆਰਾਮ ਨਾਲ ਆਪਣਾ ਜਿਹੜਾ ਹੈਗਾ ਵੀਜ਼ਾ ਸਟਿਕ ਮਤਲਬ ਅਪਰੂਵ ਕਰਵਾ ਕੇ ਦੁਬਾਰਾ ਤੋਂ ਆਪਣਾ ਇਮੀਗ੍ਰੇਸ਼ਨ ਤੋਂ ਅਪਰੂਵ ਕਰਵਾਓ ਦੁਬਾਰਾ ਤੋਂ ਸਾਡੇ ਕੋਲ ਜੁਲਾਈ ਵਿੱਚ ਕਹਿ ਸਕਦੇ ਹਾਂ ਅਸੀਂ ਮੰਨ ਲਓ 10 ਬੱਚੇ ਦੀ ਜਾਂ 15 ਬੱਚਿਆਂ ਦੀ ਬਟ 2019 ਵਾਸਤੇ ਜੇ ਆਪਾਂ ਬੋਲਾਂਗੇ ਕਿ ਸਾਡੇ ਕੋਲ Almost ਪਾਰਟਿਕੂਲਰ ਆਪਾਂ ਮੈਕਸਿਮਮ ਹਾਂਜੀ, 10 ਸੀਟਸ ਹੈਗੀਆਂ maximum ਨੇ ਹੈਗੀਆਂ ਜੋ ਹੈਗੀਆਂ ਨੇ ਉਸ ਤੋਂ ਬਾਅਦ 2020 ਪਾਸ ਆਊਟ ਜਿਹੜੇ ਸਟੂਡੈਂਟਸ ਨੇ 5.5 ਨੋਟ ਲੈਸ ਦੈਨ 5 ਬੈਂਡਸ ਹੈਗੇ ਨੇ ਉਹ ਆਪਾਂ ਜ਼ਰੂਰ ਲਵਾਂਗੇ ਤੇ ਐਡਮਿਸ਼ਨ ਰਿਕੁਆਇਰਮੈਂਟ ਦੇ ਬਾਰੇ ਗੱਲ ਹੋ ਗਿਆ ਥੋੜਾ ਜਿਹਾ ਵਿਵਾ ਜੀ ਅਗਰ ਆਪਾਂ ਫਾਈਨੈਂਸ਼ੀਅਲ ਕਿਉਂਕਿ ਨਿਊਜ਼ੀਲੈਂਡ ਇੱਕ ਐਸੀ ਕੰਟਰੀ ਰਹੀ ਹੈ ਜੋ ਫਾਈਨੈਂਸ਼ੀਅਲ ਚੈੱਕ ਦੇ ਉੱਤੇ ਕਿਤੇ ਕੰਪਰੋਮਾਈਜ਼ ਨਹੀਂ ਕਰਦੀ ਹੈਗੀ ਬਿਲਕੁਲ। ਕਿਆ ਉਹ ਸੇਮ ਪੁਰਾਣੇ ਵਾਲਾ ਉਹਨੇ ਪੋਰਟਫੋਲੀਓ ਰੱਖਿਆ ਹੈਗਾ ਸਿਸਟਮ ਸੇਮ ਰੱਖਿਆ 100% ਸਰ ਕੋਈ ਵੀ ਚੇਂजेस ਨਹੀਂ ਹੈਗੇ ਤੁਹਾਡੇ ਪੈਰੈਂਟਸ ਤੁਹਾਨੂੰ ਸਪਾਂਸਰ ਕਰ ਸਕਦੇ ਨੇ ਤੁਹਾਡੇ ਦਾਦਾ Okay. ਦਾਦੀ ਨਾਨਾ ਨਾਨੀ ਰੀਅਲ ਬ੍ਰਦਰ ਸਿਸਟਰ ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋਏ ਕੋਈ ਰਿਲੇਟਿਵ ਤੁਹਾਨੂੰ ਇਹ ਲੋਕ ਸਪਾਂਸਰ ਕਰ ਸਕਦੇ ਨੇ ਬਹੁਤ ਅੱਛੀ ਗੱਲ ਹੈ ਇਹ ਬੜੀ ਅੱਛੀ ਗੱਲ ਬੋਲੀ ਕਿ ਨਿਊਜ਼ੀਲੈਂਡ ਦੇ ਅੰਦਰ ਅਗਰ ਕੋਈ ਤੁਹਾਡਾ ਰਿਲੇਟਿਵ ਹੈਗਾ ਉਹ ਸਪਾਂਸਰ ਕਰ ਸਕਦਾ ਹੈ ਆਮ ਤੌਰ ਤੇ ਆਪਾਂ ਚੈੱਕ ਕਰਦੇ ਹਾਂ ਕਿ ਆਸਟ੍ਰੇਲੀਆ ਔਰ ਯੂ ਜਾਂ ਕੈਨੇਡਾ ਦੀ ਗੱਲ ਕਰੀਏ ਅਗਰ ਨਿਊਜ਼ੀਲੈਂਡ ਦੇ ਉਹ ਕੰਟਰੀ ਦੇ ਅੰਦਰ ਸਪਾਂਸਰ ਨੇ ਤਾਂ ਸਾਨੂੰ ਉਹ ਸਟੱਡੀ ਵੀਜ਼ਾ ਤੇ ਰਿਕਮੈਂਡੇਸ਼ਨਸ ਨਹੀਂ ਕਰ ਸਕਦੇ ਬਟ ਨਿਊਜ਼ੀਲੈਂਡ ਦੇ ਰੂਲਸ ਜਿਹੜੇ ਹਨ ਐਜ਼ ਕੰਪੇਅਰ ਟੂ ਅਦਰਸ ਕੰਟਰੀਜ਼ ਇੱਥੇ ਥੋੜੇ ਡਿਫਰੈਂਟ ਹੈ ਔਰ ਫਾਈਨੈਂਸ਼ੀਅਲ ਚੈੱਕ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਹੈਗਾ ਸਰ ਉਹਨਾਂ ਨੇ ਅਵੋਇਡ ਨਹੀਂ ਕਰਨਾ ਵੀ ਨਹੀਂ ਚਾਹੀਦਾ ਜਿੱਦਾਂ ਕਿ ਹੁਣ ਕੁਝ ਪਾਸਟ ਐਕਸਪੀਰੀਐਂਸਿਸ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਅੱਛੇ ਨਹੀਂ ਰਹੇ ਇੰਡੀਆ ਦੇ ਨਾਲ ਤਾਂ ਹੀ ਕਰਕੇ ਉਹਨਾਂ ਨੇ ਇਹ ਚੈੱਕ ਹਾਂ ਸੇਮ ਆਸਟ੍ਰੇਲੀਆ ਦੇ ਅੰਦਰ ਵੀ ਮਤਲਬ ਨਹੀਂ ਰਹੇ ਹੈਗੇ ਆਪਾਂ ਨੂੰ ਸ਼ੋਅ ਤੇ ਬੋਲਣਾ ਨਹੀਂ ਚਾਹੀਦਾ ਬਟ ਬੜੀ ਹੀ ਅਨਐਥੀਕਲ ਪ੍ਰੈਕਟਿਸ ਜਿਹੜੇ ਮਤਲਬ ਹੋਈਆਂ ਨੇ ਔਰ ਇੱਥੇ ਨਿਊਜ਼ੀਲੈਂਡ ਜਿਹੜਾ ਹੈਗਾ 6 ਮੰਥਸ 올ਡ ਫੰਡ ਡਿਮਾਂਡ ਕਰ ਰਹੇ ਜਾਂ ਫਰੈਸ਼ ਸਰ ਫੰਡ ਨਿਊਜ਼ੀਲੈਂਡ ਦਾ ਬੜਾ ਸਿੰਪਲ ਕ੍ਰਾਈਟੇਰੀਆ ਹੈਗਾ ਤੁਸੀਂ ਫਰਸਟ ਈਅਰ ਦੀ ਫੀਸ ਪਲੱਸ ਤੁਹਾਡਾ ਐਫਟੀਐਸ ਅਮਾਉਂਟ ਜੋ ਕਿ 15000 ਨਿਊਜ਼ੀਲੈਂਡ ਡਾਲਰ ਹੈਗਾ ਉਹਨਾਂ ਦੋਨਾਂ ਨੂੰ ਐਡ ਕਰੋ ਔਰ ਉਹਨੂੰ ਮਤਲਬ ਜੋ ਵੀ ਫਸਟ ਈਅਰ ਦੀ ਫੀਸ ਅਗਰ 18-19,000 ਡਾਲਰ ਹੈ ਤੇ ਪਲੱਸ 15,000 ਆਪਾਂ ਲਿਵਿੰਗ ਐਡ ਕਰਤਾ ਹਾਂਜੀ ਉਹ ਤੁਹਾਨੂੰ 6 ਮਹੀਨੇ ਪੁਰਾਣਾ ਦਿਖਾਣਾ ਪੈਣਾ ਤੁਹਾਡੇ ਕੋਲ ਐਫਡੀਏ ਸੇਵਿੰਗ ਔਰ ਅੱਛੀ ਗੱਲ ਬੈਂਕ ਤੋਂ ਲੋਨ ਲੈ ਸਕਦੇ ਹੋ ਪ੍ਰਾਪਰਟੀ ਰੱਖੋ ਆਪਣੀ ਫਰੈਸ਼ ਲੋਨ ਲਓ ਪੁਰਾਣਾ ਨਹੀਂ ਦਿਖਾਣਾ ਪੈਣਾ ਔਰ ਅੱਛੀ ਗੱਲ ਇੱਕ ਹੋਰ ਤੁਸੀਂ ਦੱਸੀ ਹੈ ਕਿ ਇਹਦੇ ਅੰਦਰ ਦਾਦਾ ਦਾਦੀ ਨਾਨਾ ਨਾਨਾ ਨਾਨੀ ਪੇਰੈਂਟਸ ਬ੍ਰਦਰ ਔਰ ਸਿਸਟਰ ਮਤਲਬ 8 ਮੈਂਬਰਸ ਹੋ ਗਏ ਜਿਹੜੇ ਸਪਾਂਸਰ ਕਰ ਸਕਦੇ ਨੇ 7 to 8 ਮੈਂਬਰਸ ਅਗਰ ਇਹਦੇ ਅੰਦਰ ਕੁਝ ਰਿਕੁਆਇਰਮੈਂਟਸ ਹੈ ਜਿਸ ਤਰ੍ਹਾਂ ਆਪਾਂ ਚੈੱਕ ਕਰਦੇ ਹਾਂ ਆਸਟ੍ਰੇਲੀਆ ਦੇ ਅੰਦਰ ਕਿ ਮਿਨੀਮਮ ਮੈਕਸਿਮਮ 3 ਬੰਦੇ ਸਪਾਂਸਰ ਕਰ ਸਕਦੇ ਨੇ ਕਿ ਨਿਊਜ਼ੀਲੈਂਡ ਦੇ ਨਹੀਂ ਅੰਦਰ ਚੈੱਕ ਹੈਗਾ ਨਿਊਜ਼ੀਲੈਂਡ ਬਹੁਤ ਹੀ ਇਸ ਮਾਮਲੇ ਨਿਊਜ਼ੀਲੈਂਡ ਬਹੁਤ ਫਲੈਕਸੀਬਲ ਕੰਟਰੀ ਹੈ ਉਹ ਤੁਹਾਨੂੰ ਅਲਾਉ ਕਰਦਾ ਹੈਗਾ ਤੁਸੀਂ 3 ਦੀ ਜਗ੍ਹਾ 5 ਸਪਾਂਸਰ ਵੀ ਲਗਾਣੇ ਨੇ ਕੋਈ ਦਿੱਕਤ ਨਹੀਂ ਬਟ ਫੰਡ ਬਿਲਕੁਲ ਜੈਨੂਇਨ ਹੋਣਾ ਚਾਹੀਦਾ ਜੈਨੂਇਨਲੀ ਅਵੇਲੇਬਲ ਹੋਣਾ ਚਾਹੀਦਾ ਨਿਊਜ਼ੀਲੈਂਡ ਨੂੰ ਕੋਈ ਦਿੱਕਤ ਨਹੀਂ ਹੈਗੀ ਬਟ ਉਹ ਫੇਕ ਨਹੀਂ ਕੁਝ ਵੀ ਲੈਣਗੇ ਤੇ ਇਸ ਚੀਜ਼ ਨੂੰ ਸਮਝ ਲਓ ਤੁਸੀਂ मतलब न्यूजीलैंड जो है कंट्री ऐसी है जो 6 months ओल्ड एफडी और सेविंग एक्सेप्ट करती है ਤੁਸੀਂ ਕਰੰਟ ਐਜੂਕੇਸ਼ਨ ਲੋਨ ਕਰਵਾ ਸਕਦੇ ਹੈਗੇ ਹੋ ਜਾਂ ਫਿਰ ਤੁਸੀਂ ਲੋਨ ਅਗੇਂਸਟ ਐਜੂਕੇਸ਼ਨ ਲੋਨ ਅਗੇਂਸਟ ਪ੍ਰਾਪਰਟੀ ਵੀ ਲੈ ਸਕਦੇ ਹੋ ਜਾਂ ਫਿਰ ਅਨਸਿਕਿਉਰਡ ਲੋਨ 7.5 ਲੱਖ ਰੁਪਏ ਦਾ ਆਪਣਾ ਬੈਂਕਸ ਤੋਂ ਲੈ ਸਕਦੇ ਹੋ ਡਿਪੈਂਡ ਔਨ ਦਾ ਬੈਂਕ ਟੂ ਬੈਂਕ ਇਹਦੇ ਬਾਰੇ ਆਪਾਂ ਕੁਝ ਕਮਿਟਮੈਂਟਸ ਨਹੀਂ ਕਰ ਸਕਦੇ ਕਿ ਕਿੰਨਾ ਬੈਂਕ ਜਿਹੜਾ ਬੈਂਕ ਕਿਹੜਾ ਹੈਗਾ ਉਹ ਤੁਹਾਨੂੰ ਕਿੰਨਾ ਅਨਸਿਕਿਉਰ ਲੋਨ ਪ੍ਰੋਵਾਈਡ ਕਰ ਰਿਹਾ ਹੈਗਾ ਔਰ ਅਗਰ 2 ਜਾਂ 3 ਜਾਂ 4 ਮੈਂਬਰ ਮਿਲ ਕੇ 5-5 ਲੱਖ ਰੁਪਏ ਵੀ ਸ਼ੋ ਕਰਦੇ ਨੇ ਤੇ ਸਾਡਾ ਜਿਹੜਾ ਟਾਰਗੇਟ ਹੈ ਅਪਰੋਕਸੀਮੇਟਲੀ 19-20 ਲੱਖ ਰੁਪਏ ਦਾ ਤੁਸੀਂ ਬੜੇ ਆਰਾਮ ਨਾਲ ਉਹਨੂੰ ਕੰਪਲੀਟ ਕਰ ਸਕਦੇ ਹੋ ਤੇ ਇਸ ਟਾਈਮ ਤੇ ਜੋ ਉਹਨਾਂ ਨੇ ਚੈੱਕ ਲਗਾਇਆ ਔਰ ਸਾਨੂੰ ਉਮੀਦ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਜੋ ਹੈ ਵੀਜ਼ਾ मतलब किस तरीके ਨਾਲ ਦੇ ਕਿਆ ਵੀਜ਼ਾ ਸਕਸੈਸ ਨਿਊਜ਼ੀਲੈਂਡ ਨੇ ਕਦੀ ਵੀ ਨਹੀਂ ਰੋਕੇ ਸੀ ਆਪਾਂ ਆਪਣੇ ਆਪ ਰੁਕਵਾਏ ਸੀ ਵੀਜ਼ਾ ਨਿਊਜ਼ੀਲੈਂਡ ਨਹੀਂ ਕਦੀ ਸਰ ਵੀਜ਼ਾ ਰੋਕਦਾ ਨਿਊਜ਼ੀਲੈਂਡ ਕਹਿੰਦਾ ਤੁਸੀਂ ਆਪਣੇ ਅਕੈਡਮਿਕ ਰਿਕੁਆਇਰਮੈਂਟ ਮੀਟ ਕਰਦੇ ਹੋ ਤੁਹਾਡੇ ਫੰਡਸ ਜੈਨੂਇਨ ਨੇ ਤੁਹਾਡਾ ਇੰਟਰਵਿਊ ਕਾਲ ਆਏਗੀ ਇੰਟਰਵਿਊ ਕਾਲ ਆ ਰਹੀ ਹੈ ਇੰਟਰਵਿਊ ਕਾਲ ਤਾਂ ਕੋਈ ਵੀ ਯੂਨੀਵਰਸਿਟੀ ਕੋਈ ਵੀ ਕਾਲਜ ਬਿਲਕੁਲ ਹੈ ਇਹ ਤਾਂ ਹੁਣ ਤੁਸੀਂ ਛੱਡ ਹੀ ਦੋ ਇਹ ਵਾਲੀ ਗੱਲਾਂ ਕਿ ਇੰਟਰਵਿਊ ਤਾਂ ਕੈਨੇਡਾ ਹੀ ਹੈ ਜਿਹੜਾ ਇਸ ਟਾਈਮ ਤੁਹਾਨੂੰ ਛੱਡ ਰਿਹਾ ਮੇਬੀ ਇਨ ਫਿਊਚਰ ਉਹ ਵੀ ਸ਼ੁਰੂ ਕਰਦੇ ਬਟ ਦੈਨ ਕੈਨੇਡਾ ਪ੍ਰੋਫਾਈਲ ਵੀ ਦੇਖੋ ਤੁਸੀਂ ਕਿੰਨਾ ਅੱਛਾ 6 ਸੀਟਸ ਤੋਂ ਘੱਟ ਉਹਨਾਂ ਨੇ ਲੈ ਲਈ ਇੱਕ ਬੜੀ ਕਲੀਅਰ ਗੱਲ ਹੈ ਕਿ ਅਗਰ ਆਪਾਂ ਇੰਟਰਵਿਊ ਤੋਂ ਡਰਾਂਗੇ ਜਾਂ ਫਿਰ ਆਪਣੀ ਇੰਟਰੋਡਕਟਰੀ ਕਾਲ ਤੋਂ ਡਰਾਂਗੇ ਜਾਂ ਫਿਰ ਆਪਾਂ ਇਹ ਵੀ ਨਹੀਂ ਦੱਸ ਸਕਦੇ ਕਿ ਮੈਂ ਕਿਹੜੀ ਯੂਨੀਵਰਸਿਟੀ ਜਾਣਾ ਚਾਹੁੰਦਾ ਕੋਰਸ ਕਰਨਾ ਚਾਹੁੰਦਾ ਉਹਦੇ ਕ੍ਰੈਡੈਂਸ਼ੀਅਲ ਕਿਆ ਹੈਗੇ ਨੇ ਕੋਰਸਿਸ ਦੇ ਬਾਰੇ ਸਾਨੂੰ ਨਹੀਂ ਪਤਾ ਕੋਰਸ ਸਬਜੈਕਟਸ ਕੀ ਹੈਗੇ ਨੇ
ਅਗਰ ਇਹ ਡਿਟੇਲ ਸਾਨੂੰ ਨਹੀਂ ਪਤਾ ਹੈਗੀ, ਉਸ ਕੰਟਰੀ ਦੇ ਜਾਣ ਦੇ ਬੈਨੀਫਿਟ ਨਹੀਂ ਪਤਾ ਹੈਗੇ, ਤੇ ਫਿਰ ਮੈਨੂੰ ਲੱਗਦਾ ਹੈ ਕਿ ਫੋਰਨ ਜਾਣ ਦਾ ਪਲਾਨ ਹੀ ਡ੍ਰੌਪ ਕਰ ਦੇਣਾ ਚਾਹੀਦਾ ਹੈ। ਇੰਸਟੈਡ ਮਤਲਬ ਇੱਕ ਇੰਗਲਿਸ਼ ਕੰਟਰੀ ਦੇ ਅੰਦਰ ਜਾ ਰਹੇ ਹੋ, ਸਾਨੂੰ ਨੌਲੇਜ ਹੀ ਨਹੀਂ ਹੈ ਕਿ ਸਾਡੇ ਪ੍ਰੋਡਕਟਸ ਕਿਆ ਨੇ, ਮਤਲਬ ਆਪਾਂ ਕੀ ਕਰਨ ਜਾ ਰਹੇ ਹਾਂ ਉੱਥੇ। ਐਕਚੁਅਲੀ ਤੁਸੀਂ ਦੇਖੋ ਪੇਰੈਂਟਸ ਇੰਨਾ ਪੈਸਾ ਇਨਵੈਸਟ ਕਰਨ ਜਾ ਰਹੇ ਹੋ ਔਰ ਸਾਨੂੰ ਉੱਥੇ ਹੀ ਨਹੀਂ ਪਤਾ ਹੁੰਦਾ ਕਿ ਆਪਾਂ ਉੱਥੇ ਕਰਨ ਕੀ ਜਾ ਰਹੇ ਹਾਂ, ਸਾਡੇ ਕੋਰਸਿਸ ਕਿਹੜੇ ਹੈਗੇ ਨੇ, ਕੋਰਸ ਨੂੰ ਕਰਨ ਤੋਂ ਬਾਅਦ ਸਾਨੂੰ ਬੈਨੀਫਿਟ ਕਿਆ ਹੋਏਗਾ। ਸਿੰਪਲੀ ਸਟੂਡੈਂਟ ਗੱਲ ਕਰਦੇ ਨੇ ਕਿ ਸਾਨੂੰ ਤਾਂ ਜੀ ਪਹੁੰਚ ਦੇ ਦਿਓ, ਸਾਨੂੰ ਉੱਥੇ ਪਹੁੰਚਾ ਦਿਓ, ਤਾਂ ਹੀ ਉਸ ਟਾਈਮ ਦੇ ਵਿੱਚ ਹੀ ਸਾਰੀ ਅਨਐਥਿਕਲ ਪ੍ਰੈਕਟਿਸ ਜਿਹੜੀ ਹੈਗੀਆਂ ਨੇ ਉਹ ਹੁੰਦੀਆਂ ਨੇ। ਤੇ ਸਾਨੂੰ ਬੀਇੰਗ ਅ ਸਟੂਡੈਂਟਸ ਜਾਂ ਬੀਇੰਗ ਅ ਪੇਰੈਂਟਸ ਇਹ ਚੀਜ਼ਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਔਰ ਇਹਨਾਂ ਤੋਂ ਬਚਣਾ ਚਾਹੀਦਾ ਹੈ। ਤੇ ਇਹ ਬੜੀ ਵੱਡੀ 골ਡਨ ਓਪਰਚੁਨਿਟੀ ਹੈ ਜੋ ਨਿਊਜ਼ੀਲੈਂਡ ਦਾ ਪਿਛਲੇ 2 ਸਾਲ ਤੋਂ ਵੇਟ ਕਰ ਰਹੇ ਸੀਗੇ ਔਰ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਿੰਨੀ ਜਲਦੀ ਹੋ ਪਾਏ ਨਿਊਜ਼ੀਲੈਂਡ ਦਾ ਜੁਲਾਈ ਇਨਟੇਕ ਵਾਸਤੇ ਆਪਣਾ ਐਪਲੀਕੇਸ਼ਨ ਅਪਲਾਈ ਕਰਨਾ ਚਾਹੀਦਾ ਹੈ। ਸਾਡੇ ਕੋਲ ਬੜੀ ਹੀ ਜ਼ਿਆਦਾ ਮਤਲਬ ਨੰਬਰ ਆਫ ਲਿਮਿਟਡ ਸੀਟਸ ਹੈਗੀਆਂ ਨੇ। ਸਾਡੇ ਕੋਲ ਮੈਕਸਿਮਮ ਆਪਾਂ ਜੁਲਾਈ ਇਨਟੇਕ ਸਿਰਫ 15 ਬੱਚੇ ਅਕੋਮੋਡੇਟ ਕਰ ਸਕਦੇ ਹਾਂ। ਉਸ 15 ਥੋੜਾ ਜਿਹਾ ਕੋਸ਼ਿਸ਼ ਕਰਾਂਗੇ, ਜਿੱਦਾਂ ਸਾਡੀ ਕਾਲਜ ਨਾਲ ਗੱਲ ਹੋਈ ਹੈ ਤੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਤੋਂ ਵੱਧ ਸੀਟਸ ਲੈ ਲਈਏ, ਬਟ ਫਸਟ ਕਮ ਫਸਟ ਸਰਵ। ਅਗਰ ਤੁਹਾਡੇ ਕੋਲ ਫੰਡਸ ਹੈਗੇ ਨੇ ਔਰ ਤੁਸੀਂ ਅਕੈਡਮਿਕ ਰਿਕੁਆਇਰਮੈਂਟ ਮੀਟ ਕਰ ਰਹੇ ਹੋ ਤੇ ਤੁਸੀਂ ਵਿਜ਼ਨ ਦੀ ਕਿਸੇ ਵੀ ਬ੍ਰਾਂਚ ਵਿੱਚ ਵਿਜ਼ਿਟ ਕਰੋ, ਆਪਾਂ ਤੁਹਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਲੈਣ 'ਚ ਤੁਹਾਡੀ ਪੂਰੀ ਹੈਲਪ ਕਰਾਂਗੇ। ਅੱਛਾ ਸਰ, ਇੱਕ ਜਨਰਲੀ ਪਹਿਲੇ ਵੀ ਹੁਣ ਤਾਂ ਨਹੀਂ ਖੈਰ ਬੱਚੇ ਏਦਾਂ ਦੀ ਗੱਲਾਂ ਕਰਨਗੇ, ਜਦੋਂ ਪਹਿਲੇ ਆਪਾਂ ਨਿਊਜ਼ੀਲੈਂਡ ਦੀ ਕਾਉਂਸਲਿੰਗ ਕਰਦੇ ਹੁੰਦੇ ਸੀ, ਅੱਜ ਤੋਂ 2-3 ਸਾਲ ਪਹਿਲੇ ਦੀ ਗੱਲ ਹੈ, ਬੱਚੇ ਕਹਿੰਦੇ ਸੀ ਮੈਡਮ ਪੀਆਰ ਤਾਂ ਹੈ ਨਹੀਂ। ਹੁਣ ਦੱਸੋ ਹੁਣ ਪੀਆਰ ਦਾ ਕੀ ਬਣਿਆ, ਸਭ ਨੂੰ ਪਤਾ ਹੈਗਾ ਜੀ। ਬਿਲਕੁਲ ਬਿਲकुल ਬਹੁਤ ਵੱਡੀ ਜੀ, ਬਿਲकुल ਬਿਲकुल ਆਸਟ੍ਰੇਲੀਆ ਨੇ ਪੀਆਰ ਨਹੀਂ ਦਿੱਤੀ ਹੈਗੀ ਔਰ ਯੂਕੇ ਕਹਿੰਦੇ ਨੇ ਪੀਆਰ ਨਹੀਂ ਦੇ ਰਿਹਾ ਹੈਗਾ ਔਰ ਨਿਊਜ਼ੀਲੈਂਡ ਕਹਿੰਦੇ ਪੀਆਰ ਦਿੰਦਾ ਹੀ ਨਹੀਂ। ਬਿਲਕੁਲ ਕਿੰਨਾ ਸਾਰਾ ਆਪਾਂ ਬੱਚਿਆਂ ਨੂੰ ਕਨਵਿੰਸ ਕਰੀ ਜਾਣਾ ਕਿ ਬੇਟੇ ਤੁਸੀਂ ਇਹ ਪੁਆਇੰਟਸ ਪੂਰੇ ਕਰੋਗੇ ਤਾਂ ਐਸੈਂਸ਼ੀਅਲ ਸਕਿੱਲਸ 'ਚ ਜਾ ਸਕਦੇ ਹੋ। ਲੌਂਗ ਟਰਮ ਵਰਕਰ ਦੇ ਸਾਡੇ ਕੋਲ ਆਪਸ਼ਨ ਨੇ, ਸਾਡੇ ਕੋਲ ਬਹੁਤ ਕ੍ਰਿਟੀਕਲ ਕੇਅਰ ਦੇ ਆਪਸ਼ਨ ਨੇ, ਬਹੁਤ ਆਪਸ਼ਨ ਸੀ, ਬਟ ਬੱਚੇ ਸੁਣਦੇ ਹੀ ਨਹੀਂ ਸੀ ਗੱਲ ਨੂੰ। ਨਹੀਂ ਨਿਊਜ਼ੀਲੈਂਡ ਨਹੀਂ ਪੀਆਰ ਹੈਗੀ। ਅੱਜ ਉਹੀ ਬੱਚੇ ਨੇ ਜਿਹੜੇ ਮੈਨੂੰ WhatsApp ਤੇ ਕਮੈਂਟਸ ਕਰਦੇ ਨੇ ਕਿ ਮੈਮ ਥੈਂਕ ਯੂ ਨਿਊਜ਼ੀਲੈਂਡ ਭੇਜਣ ਲਈ, ਕਿਉਂਕਿ ਸਭ ਨੂੰ ਪਤਾ ਹੈ ਕਿ ਨਿਊਜ਼ੀਲੈਂਡ ਨੇ ਸੈਪਟੈਂਬਰ ਅਕਤੂਬਰ 'ਚ ਰੂਲ ਕੱਢਿਆ ਸੀ ਕਿ ਕੋਈ ਵੀ ਸਟੂਡੈਂਟ ਜਿਹੜਾ ਇੱਥੇ 3 ਸਾਲ ਕੰਟੀਨਿਊਸਲੀ ਰਿਹਾ ਹੈਗਾ, ਸਾਡੇ ਕੋਲ ਪਾਰਟਿਕੂਲਰ ਇੱਕ ਡੇਟ ਡਿਫਾਈਨ ਹੋਈ ਸੀ ਕਿ ਇਸ ਦਿਨ ਤੋਂ 3 ਸਾਲ ਪਿੱਛੇ ਤੱਕ ਜਿਹੜਾ ਵੀ ਸਟੂਡੈਂਟ ਇੱਥੇ ਰਿਹਾ ਉਹਨਾਂ ਨੂੰ ਆਪਾਂ ਪੀਆਰ ਗ੍ਰਾਂਟ ਕਰਦੇ ਹਾਂ। 18 ਸਤੰਬਰ ਕੁਝ ਇਦਾਂ ਸੀ, ਹਾਂਜੀ 25 ਦੇ ਆਸ-ਪਾਸ ਹੀ ਸਰ ਕਲੀਅਰ ਨਹੀਂ ਹੈਗਾ, ਬਟ ਦੈਨ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ 3 ਸਾਲ ਤੁਸੀਂ ਅਗਰ ਇੱਥੇ ਰਹੇ ਹੈਗੇ, ਤੁਸੀਂ ਸਾਡੀ ਕੰਟਰੀ ਵਿੱਚ ਪੂਰਾ ਕੰਟਰੀਬਿਊਟ ਕੀਤਾ ਡਿਊਰਿੰਗ ਕੋਵਿਡ, ਤੇ ਅਸੀਂ ਤੁਹਾਨੂੰ ਕਿਸੇ ਵੀ ਕੈਟਾਗਰੀ ਤੁਹਾਨੂੰ ਪੀਆਰ ਦੇਣਾ। ਹੋਰ ਦੱਸੋ ਸਾਨੂੰ, ਦੱਸੋ ਕਿਹੜੀ ਕੰਟਰੀ ਨੇ ਆਪਸ਼ਨ ਦਿੱਤਾ? ਕਿਸੇ ਕੰਟਰੀ ਨੇ ਆਪਸ਼ਨ ਨਹੀਂ ਦਿੱਤਾ ਜੀ। ਬਿਲਕੁਲ पेमेंट जरूर दी, फंड जरूर दिता और कुछ कंट्री ने फंड नहीं दिता, बट पीआर ਦਾ ਆਪਸ਼ਨ ਨਹੀਂ ਦਿੱਤਾ। ਇਸ ਕਰਕੇ ਨਿਊਜ਼ੀਲੈਂਡ ਨੂੰ ਬਹੁਤ ਹੀ ਅਗਰ ਤੁਸੀਂ ਕਦੀ ਵਿਜ਼ਿਟ ਕੀਤਾ ਤੇ ਇੱਕ ਬਹੁਤ ਹੀ ਖੂਬਸੂਰਤ ਕੰਟਰੀ ਕਹਿ ਸਕਦੇ, ਅਗਰ ਆਪਾਂ ਹੈਵਨ ਔਨ ਨਿਊਜ਼ੀਲੈਂਡ ਇਜ਼ ਅ ਹੈਵਨ ਔਨ ਅਰਥ। ਬਿਲਕੁਲ ਬਿਲकुल ਇੱਕ ਸਲੋ ਪੇਸ ਦੀ ਲਾਈਫ ਹੈ ਉੱਥੇ, ਇੱਕ ਕੂਲ ਲਾਈਫ ਹੈ। ਅੱਜ ਅਗਰ ਆਪਾਂ ਗੱਲ ਕਰੀਏ ਅੱਜ ਸਟੂਡੈਂਟਸ ਵਾਸਤੇ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਕੰਟਰੀ ਚੂਜ਼ ਕਰਨ ਦਾ ਜਿਹੜੇ ਆਪਸ਼ਨਸ ਹੈਗੇ ਨੇ ਜੋ ਨਹੀਂ ਸੀਗੇ ਬੱਚਿਆਂ ਕੋਲ, ਅੱਜ ਉਹ ਆ ਚੁੱਕੇ ਨੇ। ਅਗਰ ਆਪਾਂ ਦੇਖਦੇ ਹਾਂ ਕਿ ਕੈਨੇਡਾ ਸਭ ਤੋਂ ਪਹਿਲਾ ਆਪਸ਼ਨਸ ਬੱਚੇ ਚੂਜ਼ ਕਰਦੇ ਨੇ, ਉਸ ਤੋਂ ਬਾਅਦ ਯੂਕੇ ਚੂਜ਼ ਕਰ ਰਹੇ ਨੇ, ਆਸਟ੍ਰੇਲੀਆ ਚੂਜ਼ ਕਰ ਰਹੇ ਨੇ ਔਰ ਫੋਰਥ ਜਿਹੜਾ ਹੈਗਾ ਐਡ ਆਨ ਹੋ ਗਿਆ ਉਹ ਨਿਊਜ਼ੀਲੈਂਡ ਹੈਗਾ। ਤੇ ਮੈਨੂੰ ਲੱਗਦਾ ਦਿਸ ਇਜ਼ ਦਾ 골ਡਨ ਟਾਈਮ ਫॉर द स्टूडेंट्स कि अगर वो किसी भी डेस्टिनेशन पे जाना चाहते हैं। इवन 5th वी आर गोइंग टू ओपन फॉर द स्टूडेंट्स दैट इज यूरोप। यूरोप की किसी भी कंट्री के अंदर अगर तुम स्टडी वीजा ते जाना चाहते हो, मतलब विजन वे के अंदर अगर तुम आ रहे हो, कैनेडा, ऑस्ट्रेलिया, यूके, न्यूजीलैंड एंड नाउ यूरोप ਦੇ ਅੰਦਰ ਬੇਸਿਕਲੀ ਸਰ ਆਇਲਸ ਕੀਤੀ ਹੈ ਨਹੀਂ ਕੀਤੀ, ਪ੍ਰੋਫਾਈਲ ਜੋ ਵੀ ਹੈਗਾ ਆਪਾਂ ਤੁਹਾਨੂੰ ਆਪਸ਼ਨ ਦੇ ਸਕਦੇ ਹਾਂ, ਬਟ ਜੈਨੂਇਨਲੀ ਤੁਸੀਂ ਪੜ੍ਹਨਾ ਚਾਹੁੰਦੇ ਹੋ। ਇਹ ਨਾ ਹੋਏ ਕਿ ਤੁਸੀਂ ਘੁੰਮਣ ਫਿਰਨ ਵਾਸਤੇ ਆਏ ਹੋ ਜਸਟ ਚਲੋ ਜੀ ਇੱਧਰ ਵੀ ਕਾਉਂਸਲਿੰਗ ਲੈ ਲਓ ਤੇ ਇੱਧਰ ਵੀ ਲੈ ਲਓ। ਅਗਰ ਐਦਾਂ ਦਾ ਕੋਈ ਸਿਨੈਰੀਓ ਫਿਰ ਕੋਈ ਕੁਝ ਨਹੀਂ ਕਰ ਸਕਦਾ, ਬਟ ਅਦਰਵਾਈਜ਼ ਤੁਸੀਂ ਵਿਜ਼ਨ ਵਿੱਚ ਆਇਲਸ ਕੀਤੀ ਹੈ ਨਹੀਂ ਕੀਤੀ, ਤੁਹਾਡਾ 2 ਸਾਲ ਦਾ ਗੈਪ ਹੈ, 10 ਸਾਲ ਦਾ ਗੈਪ ਹੈ ਹੀ ਨਹੀਂ ਗੈਪ, ਸਾਡੇ ਕੋਲ ਹਰ ਚੀਜ਼ ਲਈ ਆਪਸ਼ਨਸ ਹੈਗੇ ਜੀ। ਬਿਲकुल मतलब ਅਗਰ ਆਪਾਂ ਕੰਟਰੀਜ਼ ਦੀ ਗੱਲ ਕਰੀਏ, ਅਗਰ 10 ਸਾਲ ਦਾ ਗੈਪ ਹੈ ਜਾਂ ਮੋਰ ਦੈਨ ਦੈਟ ਗੈਪ ਹੈ ਔਰ ਤੁਸੀਂ ਉਹ ਆਪਸ਼ਨ ਵਾਸਤੇ ਦੇਖ ਰਹੇ ਹੈਗੇ ਹੋ, ਮਤਲਬ ਅਗਰ ਤੁਸੀਂ ਸਾਡੀ ਗਾਈਡੈਂਸ ਦੇ ਹਿਸਾਬ ਨਾਲ ਚੱਲਦੇ ਹੋ ਤੇ ਡੈਫੀਨਿਟਲੀ ਇਹ 5 ਡੈਸਟੀਨੇਸ਼ਨ ਦੇ ਵਿੱਚੋਂ ਆਪਾਂ ਤੁਹਾਡਾ ਕਿਸੇ ਨਾ ਕਿਸੇ ਕੰਟਰੀ ਦਾ ਜਿਹੜਾ ਹੈਗਾ ਵੀਜ਼ਾ ਲਗਵਾਉਣ ਵਿੱਚ ਪੂਰੀ ਹੈਲਪ ਕਰਾਂਗੇ। ਔਰ ਵਿਜ਼ਨ ਵੇ ਇੱਕ ਹੀ ਤੁਸੀਂ ਕਿਸੇ ਵੀ ਬ੍ਰਾਂਚ ਦੇ ਅੰਦਰ ਵਿਜ਼ਿਟ ਕਰੋ, ਆਪਾਂ ਜਾਂ ਸਾਡੇ ਕਾਉਂਸਲਰਸ ਤੁਹਾਨੂੰ ਮਿਸਗਾਈਡ ਨਹੀਂ ਕਰਨਗੇ। ਤਾਂ ਇਹ ਕੋਸ਼ਿਸ਼ ਨਹੀਂ ਕਰਾਂਗੇ ਕਿ ਆਪਾਂ ਸਿਰਫ ਅੱਜ ਐਪਲੀਕੇਸ਼ਨ ਪਕੜ ਲਈਏ ਉਸ ਤੋਂ ਬਾਅਦ ਕੰਮ ਹੋਏ ਜਾਂ ਨਾ ਹੋਏ। ਸਾਡੇ ਵਾਸਤੇ ਇਹ ਜ਼ਰੂਰੀ ਨਹੀਂ ਹੈ, ਸਾਡੇ ਵਾਸਤੇ ਗਾਈਡੈਂਸ, ਸਹੀ ਗਾਈਡੈਂਸ ਦੇਣਾ ਜ਼ਰੂਰੀ ਹੈ ਜੀ। ਕੁਐਸਚਨ ਆਨਸਰ ਦਾ ਟਾਈਮ ਹੋ ਗਿਆ, ਬੜੇ ਸਾਰੇ ਕਮੈਂਟਸ ਆ ਰਹੇ ਨੇ, ਤਾਂ ਮੈਨੂੰ ਲੱਗਦਾ ਕਿ ਸਾਨੂੰ 1 to 1 ਲੈ ਲੈਣਾ ਚਾਹੀਦਾ ਹੈ ਤੇ ਪਲੀਜ਼ ਕਮੈਂਟ ਵਿੱਚ ਕਰੋ। ਪਹਿਲੇ ਦੇ ਜੋਗਾ ਰਾਮ ਜੀ ਸਾਨੂੰ ਗੁੱਡ ਜੌਬ ਦਾ ਮੈਸੇਜ ਕਰ ਰਹੇ ਨੇ, ਥੰਬ ਦਿਖਾ ਰਹੇ ਨੇ ਨਾਲ, ਥੈਂਕ ਯੂ ਸੋ ਮਚ ਜੀ। ਅਟਵਾਲ 7491 ਵੀ ਕਹਿ ਰਹੇ ਨੇ ਗੁੱਡ ਜੌਬ, ਥੈਂਕ ਯੂ ਅਟਵਾਲ ਜੀ।
ਮਨੀ ਰੋਮਪੁਰੀਆ ਜੀ ਦਾ ਕੁਐਸਚਨ ਹੈਗਾ ਸਰ ਯੂਕੇ ਜੂਨ ਇਨਟੇਕ ਸਟਿਲ ਓਪਨ ਸਰ ਥੋੜਾ ਜਿਹਾ ਜੀ ਬਿਲਕੁਲ यूके ਵਾਲੇ ਜੂਨ ਇਨਟੇਕ ਬਿਲਕੁਲ ਓਪਨ ਹੈਗਾ। ਅਗਰ ਕੋਈ ਵੀ ਸਟੂਡੈਂਟ ਜੂਨ ਇਨਟੇਕ ਵਾਸਤੇ यूके ਦੇ ਅੰਦਰ ਅਪਲਾਈ ਕਰਨਾ ਚਾਹੁੰਦਾ ਹੈ ਕਿ ਤੁਸੀਂ ਵਿਜ਼ਨ ਵੇ ਇੱਕ ਐਸਾ ਪਲੇਸ ਹੈਗਾ ਜਿੱਥੇ ਤੁਸੀਂ ਕਿਸੇ ਵੀ ਕੰਟਰੀ ਦੇ ਬਾਰੇ ਗੱਲ ਕਰਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਹਲੇ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ। ਆਉਣੇ ਵਾਲੇ ਟਾਈਮ ਦੇ ਅੰਦਰ ਆਪਾਂ ਕੈਨੇਡਾ ਪੀਆਰ ਦੇ ਬਾਰੇ ਵੀ ਗੱਲ ਕਰਾਂਗੇ। ਬਟ ਅੱਜ ਦਾ ਜਿਹੜਾ ਟੌਪਿਕ ਹੈ ਉਹ ਨਿਊਜ਼ੀਲੈਂਡ ਸਟੱਡੀ ਵੀਜ਼ਾ ਜਾਂ ਉਸ ਤੋਂ ਰਿਲੇਟਡ ਹੈ। ਹੁਣ ਆਪਾਂ ਕੁਐਸਚਨ ਆਨਸਰ ਲੈ ਰਹੇ ਹਾਂ। ਜੂਨ ਇਨਟੇਕ यूके ਦੇ ਅੰਦਰ ਸਾਡੇ ਕੋਲ ਆਪਸ਼ਨਸ ਅਵੇਲੇਬਲ ਨੇ। ਮੋਸਟ ਵੈਲਕਮ ਹੈ। ਤੁਸੀਂ ਆਪਣਾ ਪ੍ਰੋਫਾਈਲ ਜਲਦੀ ਤੋਂ ਜਲਦੀ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਆਪਾਂ ਤੁਹਾਨੂੰ ਅਵੇਲੇਬਲ ਆਪਸ਼ਨਸ ਤੁਹਾਨੂੰ ਪ੍ਰੋਵਾਈਡ ਕਰ ਪਾਈਏ। ਉਹ ਸਾਡੀ ਤੁਸੀਂ ਜਾਂ ਨਵਾਂ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜਾਂ ਅਦਰ ਬ੍ਰਾਂਚਿਸ ਨੀਅਰ ਬਾय ਤੋਂ ਬ੍ਰਾਂਚ ਬਿਲੋਂਗ ਕਰਦੇ ਹੋ, ਤੁਸੀਂ ਨੀਅਰ ਬਾय ਵਿਜ਼ਿਟ ਕਰੋ ਔਰ ਆਪਣੀ ਐਪਲੀਕੇਸ਼ਨ ਅਪਲਾਈ ਕਰਕੇ ਜੂਨ ਇਨਟੇਕ ਜਾਣਾ ਚਾਹੁੰਦੇ ਹੋ ਤੇ ਬੇਸਿਕਲੀ ਸਾਡੇ ਕੋਲ ਅੱਜ ਆਪਸ਼ਨ ਹੈਗਾ ਵਿਦਆਊਟ ਆਇਲਸ ਵਾਸਤੇ ਵੀ ਜੂਨ ਇਨਟੇਕ ਹੈਗਾ ਬਿਲਕੁਲ ਵਿਦ ਔਰ ਵਿਦਆਊਟ ਦੋਨੋਂ ਆਇਲਸ ਹੈਗੇ ਨੇ। ਸਾਡੇ ਕੋਲ ਐਮਓਆਈ ਬੇਸਿਸ ਤੇ ਵੀ ਆਪਸ਼ਨ ਹੈ। ਬਟ ਅਗਰ ਜੂਨ ਇਨਟੇਕ ਕਰਨਾ ਹੈਗਾ ਮਨੀ ਜੀ ਤੇ ਤੁਹਾਨੂੰ ਬਹੁਤ ਜਲਦੀ ਥੋੜਾ ਜਿਹਾ ਫਾਸਟ ਚੱਲਣਾ ਪਏਗਾ ਤੁਹਾਨੂੰ। ਯੂ ਹੈਵ ਟੂ ਇਹ ਨਹੀਂ ਕਿ ਤੁਸੀਂ ਹੁਣ ਮਹੀਨਾ ਡਿਸਾਈਡ ਹੀ ਨਾ ਕਰੋ ਤੇ ਫਿਰ ਤੁਸੀਂ ਕਹੋ ਜੂਨ। ਅੱਜ ਦੀ ਡੇਟ 'ਚ ਜਦ ਤੁਸੀਂ ਕੁਐਸਚਨ ਪੁੱਛੇ ਯੈਸ ਜੂਨ ਇਨਟੇਕ ਅਵੇਲੇਬਲ। ਰੀਜ਼ਨ ਵੇ ਦਾ ਇੱਕ ਐਕਸਪੀਰੀਅੰਸ ਹੋਰ ਦੱਸ ਦੇਣਾ। ਆਪਾਂ ਰੀਸੈਂਟਲੀ ਇੱਕ ਇੰਦਰਜੀਤ ਸਿੰਘ ਦਾ ਵੀਜ਼ਾ ਲਿਆ ਔਰ ਇੱਕ ਹੋਰ ਸਟੂਡੈਂਟ ਦਾ ਵੀਜ਼ਾ ਲਿਆ यूके ਦਾ, ਜਿਸ ਸਿਰਫ ਔਰ ਸਿਰਫ 31 ਦਿਨ ਦੇ ਅੰਦਰ 32nd ਡੇ ਸਟੂਡੈਂਟ ਵਾਸ ਇਨ यूके। ਜਿਸ ਦਿਨ ਉਹ ਸਾਡੇ ਕੋਲ ਐਨਰੋਲਮੈਂਟ ਕਰਵਾਈ ਔਰ 32ਵੇਂ ਦਿਨ ਉਹ यूके ਦੇ ਅੰਦਰ ਸੀਗਾ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਅਚੀਵਮੈਂਟ ਸੀ। ਔਰ ਇੱਕ ਸਟੂਡੈਂਟ ਜਿਹੜਾ ਸੀਗਾ ਉਹ 36th ਡੇ ਹੀ ਵਾਸ ਇਨ यूके। ਤਾਂ ਸਾਡੇ ਕੋਲ ਆਪਸ਼ਨਸ ਜਿਹੜੇ ਹੈਗੇ ਨੇ ਉਹਦੀ ਪਰਮਾਰ ਹੈ। ਜਸਟ ਤੁਸੀਂ ਆਓ ਸਾਡੇ ਆਫਿਸਿਸ ਦੇ ਅੰਦਰ ਵਿਜ਼ਿਟ ਕਰੋ। ਤੇ ਗੁਰਬਾਜ ਵੜਿੰਗ ਦੀ ਸ਼ਾਇਦ ਸਾਡੀ ਲਾਸਟ ਟਾਈਮ ਵੀ ਗੱਲ ਹੋਈ ਸੀ, ਤੁਸੀਂ ਮੈਸੇਜ ਕੀਤਾ ਸੀ ਕਿ ਕੈਨੇਡਾ ਦਾ ਆਫਰ ਨਹੀਂ ਆ ਰਿਹਾ, 2 ਮੰਥ ਹੋ ਗਏ ਨੇ। ਗੁਰਬਾਜ ਮੈਂ ਉਸ ਦਿਨ ਵੀ ਸੁਜੈਸਟ ਕੀਤਾ ਸੀ ਕਿ ਬੇਟੇ ਅਲਟਰਨੇਟ ਆਪਸ਼ਨ ਲੈ ਲਓ। ਕੈਨੇਡਾ ਦੇ ਵਿੱਚ ਅਗਰ ਆਫਰ ਨਹੀਂ ਆ ਰਿਹਾ ਇਹਦੇ ਵਿੱਚ ਏਜੰਟ ਦੀ ਕੋਈ ਗਲਤੀ ਨਹੀਂ। ਗਲਤੀ ਤਦ ਹੈ ਅਗਰ ਤੁਹਾਡੇ ਤੋਂ ਪੈਸੇ ਲੈ ਲਿਓ ਔਰ ਅਪਲਾਈ ਨਹੀਂ ਕੀਤਾ। ਜਦੋਂ ਅਸੀਂ ਅਪਲਾਈ ਕੀਤਾ ਆਫਰ ਦੇਣਾ ਨਾ ਦੇਣਾ ਕਾਲਜ ਦੀ ਅਵੇਲੇਬਿਲਿਟੀ ਤੇ ਡਿਪੈਂਡ ਹੈ। ਅਗਰ ਤੁਸੀਂ ਅਲਟਰਨੇਟ ਆਪਸ਼ਨ ਨਹੀਂ ਲੈਂਦੇ ਤੁਹਾਡਾ ਫਾਲਟ ਹੈ। ਕੈਨੇਡਾ ਦੇ ਅੰਦਰ ਕੋਈ ਵੀ ਸਟੂਡੈਂਟ ਅਗਰ ਅਪਲਾਈ ਕਰ ਰਿਹਾ ਹੈ ਤੇ ਤੁਹਾਨੂੰ ਪਲੀਜ਼ ਤੁਸੀਂ ਰਿਜਿਡ ਨਾ ਹੋ ਕਿ ਮੈਂ ਪਾਰਟਿਕੂਲਰ ਇਸੇ ਕਾਲਜ ਦੇ ਅੰਦਰ ਜਾਣਾ ਚਾਹੁੰਦਾ। ਅਗਰ ਤੁਸੀਂ ਰਿਜਿਡ ਹੋ ਜਾਓਗੇ ਤੇ ਬੜਾ ਮੁਸ਼ਕਿਲ ਹੈ ਹੁਣ, ਕਿਉਂਕਿ ਦੇਖੋ ਇੱਕ ਟਾਈਮ ਸੀਗਾ ਜਦੋਂ ਸਾਡੇ ਕੋਲ ਮੌਂਟਰੀਅਲ ਪਲੇਸ ਜਿਹੜਾ ਸੀਗਾ ਓਪਨ ਸੀਗਾ ਔਰ 35% ਸਟੂਡੈਂਟ ਜਿਹੜਾ ਮੌਂਟਰੀਅਲ ਜਾ ਰਿਹਾ ਸੀਗਾ। ਬਟ ਉਹ ਸਾਰੇ ਦਾ ਸਾਰਾ ਸਟਫ ਜਿਹੜਾ ਹੈਗਾ ਟੂਵਰਡਸ ਓਨਟਾਰੀਓ ਔਰ ਬ੍ਰਿਟਿਸ਼ ਕੋਲੰਬੀਆ ਵੱਲ ਮੂਵ ਹੋਣ ਦੀ ਵਜ੍ਹਾ ਤੋਂ ਸੀਟਸ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ। ਅੱਜ ਹੀ ਕਾਲਜ ਕੋਲ 1000 ਸੀਟਸ ਹੈ, ਉਹਨਾਂ ਕੋਲ ਐਪਲੀਕੇਸ਼ਨ ਜਿਹੜੀ ਪਹੁੰਚ ਰਹੀ ਹੈ ਉਹ 4000 ਐਪਲੀਕੇਸ਼ਨ ਪਹੁੰਚ ਰਹੀ ਹੈ। ਮੈਰਿਟ ਬੇਸ ਤੇ ਸਿਲੈਕਸ਼ਨ ਕਰ ਰਹੇ ਹੈਗੇ ਨੇ। ਬੱਚਾ ਬਹੁਤ ਇੰਟੈਲੀਜੈਂਟ ਹੈ। ਪੰਜਾਬ ਦੀ ਪਹਿਲੀ ਪ੍ਰੈਫਰੈਂਸ ਕੈਨੇਡਾ ਹੈਗੀ। ਜਦੋਂ ਕੋਵਿਡ ਹੋਇਆ ਤੇ ਹਰਿਆਣਾ ਦੀ ਵੀ ਪਹਿਲੀ ਪ੍ਰੈਫਰੈਂਸ ਕੈਨੇਡਾ ਹੀ ਹੋਗੀ। ਤੇ ਇਸ ਕਰਕੇ ਅਗਰ ਕੈਨੇਡਾ ਦੀ ਆਫਰ ਨਹੀਂ ਆ ਰਹੀ ਤੇ ਸ਼ੈਰੀਡਨ ਓਪਨ ਕਰ ਲਓ, ਸ਼ੈਰੀਡਨ ਅਪਲਾਈ ਕਰ ਲਓ। ਅੱਜ ਵੀ ਮੈਂ ਕਿਸੇ ਸਟੂਡੈਂਟ ਲਈ ਦੇਖਿਆ ਮੈਕਸਿਮਮ ਕੋਰਸਿਸ ਸਤੰਬਰ ਇਨਟੇਕ ਲਈ ਓਪਨ ਨੇ ਸ਼ੈਰੀਡਨ ਦੇ। ਤੇ ਅਗਰ ਤੁਸੀਂ ਸਾਡੀ ਜਿਹੜੀ ਵੀ ਬ੍ਰਾਂਚ 'ਚ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਬੋਲੋ ਕਿ ਸਰ ਸ਼ੈਰੀਡਨ ਅਪਲਾਈ ਕਰ ਦਿਓ, 20 to 25 ਡੇਜ਼ ਲੱਗਣਗੇ, ਆਫਰ ਲੈਟਰ ਆ ਜਾਏਗਾ। ਇੱਕ ਚੀਜ਼ ਤੇ ਨਾ ਬੈਠੋ ਆਰਾਮ ਨਾਲ, मतलब रिजिड नहीं होना। अगर कनाडा आप जाना चाहते हैं एटलीस्ट यू हैव टू टेक 2 or 3 ऑप्शंस। मैं तो एक ऑप्शन भी नहीं बोलूंगा, 2 या 3 ऑप्शंस लेके चलो ताकि ਤੁਹਾਡਾ ਕੈਰੀਅਰ ਕਿਤੇ ਕੰਪਰੋਮਾਈਜ਼ ਨਾ ਹੋਏ, ਟਾਈਮ ਵੇਸਟ ਨਾ ਹੋਏ, ਨਾ ਪੇਰੈਂਟਸ ਦਾ ਪੈਸਾ ਖਰਾਬ ਹੋਏ। ਏਜੰਟ ਨੇ ਟਾਈਮ ਵੇਸਟ ਕੀਤਾ ਕਿਤੇ ਨਾ ਕਿਤੇ ਤੁਸੀਂ ਫਾਲਟ ਤੇ ਤੁਸੀਂ ਆਪਣੇ ਫਾਲਟ ਤੇ ਬਾਰ-ਬਾਰ ਕਹਿ ਰਹੇ ਹਾਂ ਕਿ ਅਪਲਾਈ ਕਰੋ 2 ਜਗ੍ਹਾ 3 ਜਗ੍ਹਾ। ਜੇ ਤੁਸੀਂ ਨਹੀਂ ਕਰਦੇ ਬਹੁਤ ਵੱਡੀ ਗਲਤੀ ਹੈ। ਇੱਥੇ $100 ਨਾ ਦੇਖੋ, ਇੱਥੇ ਡੋਨਟ ਥਿੰਕ ਅਬਾਊਟ $100। ਅਗਰ 6000 7000 ਤੁਸੀਂ ਦੇਖ ਰਹੇ ਹੋ ਯੂ ਆਰ ਸਪੈਂਡਿੰਗ ਅ ਲੋਟਸ ਆਫ ਮਨੀ। ਤੁਸੀਂ ਘੱਟੋ ਘੱਟ ਨਹੀਂ ਜ਼ਿਆਦਾ 20 ਲੱਖ ਰੁਪਏ ਦੇ ਲਾਗੇ ਤਾਗੇ ਜਾ ਕੇ ਪਹੁੰਚੋਗੇ ਜਦੋਂ ਤੁਸੀਂ ਕੈਨੇਡਾ ਪਹੁੰਚੋਗੇ, ਇੰਕਲੂਡਿੰਗ ਯੋਰ ਸ਼ੋਪਿੰਗ ਟਿਕਟਸ ਐਂਡ ਆਲ, GIC ਫੀਸ ਪਾ ਕੇ ਤੇ 6000 7000 ਕਿਉਂ ਦੇਖਦੇ ਹੈਗੇ? करियर तो ऊपर कुछ नहीं होता है। अजय पाल मीना जी कह रहे हैं डायरेक्ट जॉब के लिए अप्लाई हो जाएगा। अजय पाल जी ऐदा असेसमेंट्स करनी इट्स नॉट दैट इजी कि तुसी पूछया आप आंसर कर दिता। वी नीड द कंप्लीट रेज़्यूमे, कितना की है, केड़ी जॉब है, क्या आप ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਸ ਲੈ ਕੇ ਆਏ क्या ਉੱਥੇ ਕੋਈ ਐਲੀਜੀਬਿਲਟੀ ਹੈ ਕਿ ਨਹੀਂ। ਤੇ ਅਗਰ ਤੁਹਾਡਾ ਕੋਈ ਪਾਰਟਿਕੂਲਰ ਤੁਹਾਨੂੰ ਆ ਕੇ ਮਿਲਣਾ ਪਏਗਾ। ਤੁਸੀਂ ਆ ਕੇ ਮਿਲੋ, ਡਿਸਕਸ ਕਰੋ ਤੇ ਕਾਲ ਕਰੋ, ਆਪਣੇ ਪ੍ਰੋਫਾਈਲ ਸ਼ੇਅਰ ਕਰੋ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਸਹੀ ਗਾਈਡੈਂਸ ਦੇ ਸਕਦੇ ਹਾਂ। ਪੰਜਾਬੀ ਚ ਕੀ ਤੁੱਕੇ ਮਾਰਨ ਨਾਲ ਕਾਉਂਸਲਿੰਗ ਨਹੀਂ ਹੁੰਦੀ, ਕਿਉਂਕਿ ਜਾਂ ਤੁਸੀਂ ਸੁਣਨਾ ਚਾਹੁੰਦੇ ਹੋ ਕਿ ਹਾਂਜੀ ਹੋ ਜਾਏਗਾ ਤੁਸੀਂ ਆ ਜਾਓ ਸਾਡੇ ਕੋਲ, ਐਸਾ ਨਹੀਂ ਹੈ। डिपेंड्स ऑन द प्रोफाइल टू प्रोफाइल। ਜਦੋਂ ਤੁਸੀਂ ਵਰਕ ਪਰਮਿਟ ਦੀ ਗੱਲ, ਵੈਸੇ ਤਾਂ ਕੋਈ ਵੀ ਤੁਸੀਂ ਵੀਜ਼ਾ ਲਵਾਣਾ ਪ੍ਰੋਫਾਈਲ ਦੇਖਣਾ ਹੀ ਪੈਂਦਾ ਹੈ। ਬਟ ਚਲੋ ਇੱਕ ਸਟੂਡੈਂਟ ਵੀਜ਼ਾ ਚ ਇੱਕ ਓਵਰਆਲ ਜਾਂ ਮਾਈਨਰ ਜਾਂ ਪ੍ਰੋਫਾਈਲ ਤੋਂ ਅਸੀਂ ਸਮਝ ਜਾਂਦੇ, ਬਟ ਵਰਕ ਪਰਮਿਟ ਲਈ ਬਹੁਤ ਕੁਝ ਦੇਖਣਾ ਪੈਂਦਾ। ਕਿੱਦਾਂ ਸੈਲਰੀ ਆਉਂਦੀ ਹੈ, ਕੀ ਐਕਸਪੀਰੀਅੰਸ ਹੈ। ਮਨੀ ਰਾਮਪੁਰੀ ਸੰਦੀਪ ਬਾਲੀ ਜੀ ਨੇ ਕਿਹਾ ਵੈਰੀ ਨਾਈਸ ਜੌਬ। ਥੈਂਕ ਯੂ ਸੰਦੀਪ ਜੀ, ਥੈਂਕ ਯੂ। ਤੁਹਾਡੇ ਘਰ ਕੀ ਕਰ ਪਾਉਂਦੇ ਇਦਾਂ ਦੀ ਜੌਬਸ। ਇਸ ਤੋਂ ਬਾਅਦ ਸਾਡੇ ਕੋਲ ਸਰ ਆਏ ਨੇ ਬਹੁਤ ਸਾਰੇ ਕਮੈਂਟਸ ਇਕੱਠੇ ਹੋ ਗਏ ਨੇ। ਸਰ ਅਮਨਦੀਪ ਕੌਰ
ਖੇਲਾ ਵੀ ਕਹਿ ਰਹੇ ਨੇ ਗੁੱਡ ਜੌਬ ਥੈਂਕ ਯੂ ਜੀ, ਥੈਂਕ ਯੂ ਜੀ। ਗ੍ਰੇਟ ਗਾਈਡੈਂਸ, ਥੈਂਕ ਕਮਲ ਯੂ। ਕਾਹਲੋ ਜੀ ਕਹਿ ਰਹੇ ਨੇ ਗ੍ਰੇਟ ਗਾਈਡੈਂਸ, ਥੈਂਕ ਯੂ ਕਮਲ ਜੀ। ਮਨੀ ਰਾਮਪੁਰੀਆ ਜੀ ਕਹਿੰਦੇ ਨੇ ਬੀਕਾਮ 2017 ਵਿੱਚ ਇੰਗਲਿਸ਼ ਮੀਡੀਅਮ 76%, ਐਮਕਾਮ 19 60% ਵਿਦ ਮੀਡੀਅਮ ਪੀਟੀ ਸਕੋਰ 61 ਨੋਟ ਲੈਸ ਦੈਨ 56 ਸਰ ਆਸਟ੍ਰੇਲੀਆ ਸਟੱਡੀ ਵੀਜ਼ਾ ਲੱਗ ਸਕਦਾ ਹੈ ਬਿਲਕੁਲ ਮਨੀ ਜੀ। ਮਨੀ ਜੀ ਇੱਥੇ ਤੁਹਾਨੂੰ ਜਿਹੜਾ ਹੈਗਾ 2019 ਤੋਂ ਲੈ ਕੇ ਟਿਲ ਡੇਟ ਤੱਕ ਦਾ ਆਪਣਾ ਜਿਹੜਾ ਗੈਪ ਹੈ 3 ਸਾਲ ਦਾ, ਉਹ ਜਸਟੀਫਿਕੇਸ਼ਨ ਅਗਰ ਆਪਾਂ ਦੇ ਸਕਦੇ ਹੈਗੇ ਆ, ਤੁਸੀਂ ਸਾਡੀ ਨੀਅਰ ਬਾਈ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਤੇ ਆਸਟ੍ਰੇਲੀਆ ਜਾਣ ਦਾ ਜਿਹੜਾ ਸੁਪਨਾ ਹੈਗਾ ਉਹ ਤੁਹਾਡਾ ਸਾਕਾਰ ਹੋ ਸਕਦਾ ਹੈ, ਕਿਉਂਕਿ ਆਸਟ੍ਰੇਲੀਆ ਇਜ਼ ਨੋਟ ਲਾਈਕ ਏ ਕੈਨੇਡਾ। ਪੀਟੀ ਨੂੰ ਲੈ ਕੇ ਉਹ ਇੰਨੇ ਮਤਲਬ ਰੀਜ਼ਿਡ ਨਹੀਂ ਹੈਗੇ, ਉਹ ਆਸਟ੍ਰੇਲੀਆ ਜਿਹੜਾ ਹੈਗਾ ਪੀਟੀ ਬੇਸ ਤੇ ਵੀਜ਼ਾ ਦੇ ਰਿਹਾ ਹੈਗਾ। ਤੁਸੀਂ ਕੁਝ ਕਰਦੇ ਹੋ 19 ਤੋਂ ਬਾਅਦ ਕੋਈ ਜੌਬ ਜੁਆਇਨ ਕੀਤੀ ਹੋਈ ਸੀ, ਫਿਰ ਤੁਸੀਂ ਬਿਲਕੁਲ ਐਲੀਜੀਬਲ ਹੋ। ਬਹੁਤ ਸਾਰੀ ਯੂਨੀਵਰਸਿਟੀਆਂ ਨੇ, ਵਿਕਟੋਰੀਆ ਨੇ, ਉਹ ਤੁਹਾਨੂੰ ਲੈ ਲੈਣਗੀਆਂ। ਬਟ ਅਗਰ ਤੁਸੀਂ ਕੁਝ ਨਹੀਂ ਕੀਤਾ ਔਰ ਇਸ ਚੱਕਰ ਚੋਂ ਕਿ ਮੈਂ ਐਕਸਪੀਰੀਅੰਸ ਬਣਵਾ ਲਾਂਗਾ, ਫਿਰ ਸਾਡੇ ਵੱਲੋਂ ਨਾ ਹੈਗੀ ਏ। ਉਸ ਕੇਸ 'ਚ ਆਪਾਂ ਤੁਹਾਨੂੰ ਯੂਕੇ ਹੀ ਸੁਜੈਸਟ ਕਰਾਂਗੇ, ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਜੈਨੂਇਨ ਹੋਣਾ ਚਾਹੀਦਾ ਹੈ। ਮੇਰੀ ਗੱਲ ਹੈ ਕਿ ਆਪਾਂ ਅੱਜ ਵੀ ਦੁਬਾਰਾ ਤੁਹਾਨੂੰ ਦੱਸ ਦਈਏ ਕਿ ਵੀਕਐਂਡ ਆਪਾਂ ਤੁਹਾਨੂੰ ਜਿਹੜਾ ਹੈਗਾ ਸਹੀ ਗਾਈਡੈਂਸ ਦੇਣੀ ਹੈ, ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਗਾਈਡੈਂਸ ਦੇਣੀ ਹੈ, ਨਾ ਕਿ ਇਸ ਹਿਸਾਬ ਨਾਲ ਕਿ ਤੁਹਾਡੇ ਕੋਲੋਂ ਪੈਸਾ ਇਕੱਠਾ ਕਰਨਾ ਹੈ, ਕਲੈਕਸ਼ਨ ਕਰਨਾ ਹੈ। ਸਾਡਾ ਜਾਂ ਸਾਡੀ ਕਿਸੇ ਬ੍ਰਾਂਚ ਦਾ ਟਾਰਗੇਟ ਨਹੀਂ ਹੈ ਕਿ ਆਪਾਂ ਸਵੇਰੇ ਆ ਕੇ ਟਾਰਗੇਟ ਦੇਣਾ 5 ਲੱਖ ਰੁਪਏ ਇਕੱਠੇ ਕਰਨੇ ਨੇ। ਇਟਸ ਨੋਟ ਲਾਈਕ ਦੈਟ। ਸਾਡਾ ਇੱਕ ਡਿਊਟੀ ਹੈ ਕਿ ਤੁਹਾਨੂੰ ਸਹੀ ਗਾਈਡੈਂਸ ਦੇਈਏ ਤਾਂ ਕਿ ਤੁਹਾਡਾ ਕਰੀਅਰ ਬਣ ਪਾਏ। ਅੱਜ ਅਗਰ ਤੁਸੀਂ ਆਸਟ੍ਰੇਲੀਆ ਵਾਸਤੇ ਐਲੀਜੀਬਲ ਹੋ ਤਾਂ ਐਲੀਜੀਬਲ ਹੋ, ਅਗਰ ਤੁਸੀਂ ਨਹੀਂ ਐਲੀਜੀਬਲ ਤੇ ਫਿਰ ਅਦਰ ਕੰਟਰੀਜ਼ ਦੇ ਆਪਸ਼ਨ ਹੈ ਉਹ ਅਵੇਲੇਬਲ ਹੈਗੇ ਨੇ। ਤੁਹਾਨੂੰ ਜਿਹੜੀ ਅਵੇਲੇਬਲ ਆਪਸ਼ਨਸ ਹੈਗੇ ਨੇ ਉਹ ਜ਼ਰੂਰ ਤੁਹਾਨੂੰ ਲੈ ਲੈਣੇ ਚਾਹੀਦੇ ਨੇ। ਹਿਮਾਲਯਨ ਜੀ ਦਾ ਕੁਐਸਚਨ ਆਇਆ ਸਰ ਯੂਕੇ 53 ਓਵਰਆਲ ਪੀਟੀ ਨੋਟ ਲੈਸ ਦੈਨ 48 ਮਾਸਟਰਸ ਕੋਰਸ। ਸਰ ਦੇਖੋ 50 ਪੀਟੀ ਦਾ ਦੇਖੋ ਸਰ ਮੀਟ ਨਹੀਂ ਕਰਦੀ ਹੈਗੀ, ਸੌਰੀ ਟੂ ਸੇ, ਬਟ ਅਗਰ ਤੁਸੀਂ ਬੀਕਾਮ ਜਾਂ ਸੌਰੀ ਬੈਚਲਰ ਜੋ ਸਾਡੇ ਕੋਲ ਇੱਕ ਆਪਸ਼ਨ ਹੈ ਬਲੂਸਬੈਰੀ 54 ਨੋਟ ਲੈਸ ਦੈਨ 54 ਚਾਹੀਦੇ ਬੱਚੇ ਦੀ 53 ਮੀਟ ਨਹੀਂ ਕਰਦੀ ਹੈਗੀ। ਬਟ ਅਗਰ ਤੁਸੀਂ ਵਿਦਆਊਟ ਆਇਲਸ ਮੈਂ ਉਹੀ ਦੱਸਣ ਲੱਗੀ ਸੀ ਕਿ ਅਗਰ ਤੁਸੀਂ 2017 ਤੱਕ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਜਾਂ ਉਸ ਤੋਂ ਬਾਅਦ ਕੀਤੀ ਹੈਗੀ ਹੈ ਔਰ ਤੁਸੀਂ ਮੀਡੀਅਮ ਆਫ ਇੰਸਟਰਕਸ਼ਨ ਤੁਸੀਂ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਕੀਤੀ ਹੈ, ਤੁਹਾਡੇ ਨੰਬਰ 45% ਮਿਨੀਮਮ ਹੈਗੇ ਨੇ ਤੇ ਤੁਸੀਂ ਬਿਨਾ ਆਇਲਸ ਦੇ ਜਾਂ ਬਿਨਾ ਪੀਟੀ ਦੇ ਵਿਦਆਊਟ ਆਇਲਸ ਤੁਸੀਂ ਯੂਕੇ ਜਾ ਸਕਦੇ ਹੋ। ਬਹੁਤ ਸਾਰੇ ਐਸੇ ਸਟੂਡੈਂਟ ਹੁੰਦੇ ਨੇ ਜਿਹਦਾ ਪ੍ਰੋਫਾਈਲ ਹੈ 6 ਬੈਂਡਸ ਨੋਟ ਲੈਸ ਦੈਨ 5 ਬੈਂਡ, ਕਿਉਂਕਿ ਯੂਕੇ ਵੀ ਜਿਹੜਾ ਹੈਗਾ 6 ਨੋਟ ਲੈਸ ਦੈਨ 5.5 ਲੇਗਾ ਜਾਂ 5.5 ਨੋਟ ਲੈਸ ਦੈਨ 5.5 ਬੈਂਡਸ ਲੇਗਾ। ਪੀਟੀ ਦੀ ਵੀ ਪਾਰਟਿਕੂਲਰ ਉਹਦੀ ਰਿਕੁਆਇਰਮੈਂਟਸ ਹੈਗੀਆਂ ਨੇ, ਬਟ ਯੂਕੇ ਨੇ ਸਭ ਤੋਂ ਅੱਛਾ ਆਪਸ਼ਨ ਜਿਹੜੀ ਉੱਥੇ ਦੀ ਯੂਨੀਵਰਸਿਟੀਜ਼ ਹੈਗੀਆਂ ਨੇ, ਗਵਰਨਮੈਂਟ ਯੂਨੀਵਰਸਿਟੀਜ਼ ਹੈਗੀਆਂ ਨੇ, ਉਹ ਲੈ ਰਹੀ ਹੈਗੀਆਂ ਨੇ ਔਨ ਦਾ ਬਿਹਾਫ ਆਫ देयर ਐਕੈਡੈਮਿਕ ਸਕੋਰ। ਅਗਰ ਤੁਸੀਂ ਐਕੈਡੈਮਿਕ ਸਕੋਰ ਦੇ ਨਾਲ ਮੀਟ ਕਰਦੇ ਹੋ ਤੇ ਡੈਫੀਨਿਟਲੀ ਤੁਸੀਂ ਵਿਦਆਊਟ ਆਇਲਸ ਪ੍ਰੋਗਰਾਮ ਦੇ ਅੰਦਰ ਜਾ ਸਕਦੇ ਹੈਗੇ ਹੋ। ਵੀ ਹੈਵ ਲੋਟਸ ਆਫ ਆਪਸ਼ਨ। ਪ੍ਰੋਫਾਈਲ ਜ਼ਰੂਰ ਸ਼ੇਅਰ ਕਰਨਾ ਹੈ, ਮੈਂ ਤੁਹਾਡਾ ਪ੍ਰੋਫਾਈਲ ਦੇਖਣਾ ਚਾਹਾਂਗੀ। ਮੇਬੀ ਆਪਾਂ ऐसा ही कर ली एप्लीकेशन। अजय पाल मीना जी कहते हैं राजस्थान में कोई ब्रांच है आपकी? सर अभी नहीं है, बट अच्छी बात यह है कि हम लोग आपको ऑनलाइन सर्विसेज प्रोवाइड कर सकते हैं। आप अपना एप्लीकेशन शेयर करें हमारे पास, आपको आने की जरूरत नहीं है। जब आप एप्लीकेशन शेयर करोगे तो हम लोग आपको ऑप्शन देंगे। अब आपको हमारी रजिस्ट्रेशन फीस डालनी है तो गूगल पे डालें, हम जैसा आपको ठीक लगे। और राजस्थान में जल्दी आना चाहेंगे, कोई ट्रस्ट वर्दी पार्टनर हो तो जरूर बताइएगा। आना चाहेंगे राजस्थान में भी बिल्कुल। हिमालय जी ने अपना प्रोफाइल फिर दसे, वो कहते कि सर मैं 2021 पास आउट हैगा। ठीक है, कहाँ जाना चाहते हो हिमालय जी? आप थोड़ा ये लिख दो यूके। कि मैं रिक्वायरमेंट नहीं। हाँ तो यूके के लिए आप जो यू डोंट रिक्वायर आइल्स एक्चुअली। नहीं 2021 में हिमालय जी आप ये जरूर लिखना है कि आपने ग्रेजुएशन की है या +2 की है। नहीं ग्रेजुएट है सर, दे आर लुकिंग फॉर मास्टर्स कोर्स है ना, 100% यू आर एलिजिबल इन विदाउट आइल्स प्रोग्राम। और मैसेज का आंसर कर दीजिए, क्या आपने अपनी ग्रेजुएशन इंग्लिश मीडियम में की है और क्या आप हमें मीडियम ऑफ इंस्ट्रक्शन इन इंग्लिश का लेटर प्रोवाइड कर सकते हैं? इफ यस तो हम आपकी हमारी तरफ से yes एप्लीकेशन कर सकते हैं एग्जैक्टली, तो हमें कोई दिक्कत नहीं है। ਮਨਜੀਤ ਮਾਨ ਜੀ ਦਾ ਥੈਂਕ ਯੂ ਜੀ ਸੋ ਮਚ, ਤੁਸੀਂ ਬਹੁਤ ਅੱਛੀ ਥੰਬ ਦਿੱਤੀ ਹੈ ਸਾਨੂੰ, ਥੈਂਕ ਯੂ ਸੋ ਮਚ। ਆਈ ਥਿੰਕ ਇਸ ਦੇ ਨਾਲ ਨਾਲ ਕੁਐਸਚਨ ਤੇ ਚੱਲਦੇ ਹੀ ਜਾ ਰਹੇ ਨੇ। ਇਸ ਤੋਂ ਬਾਅਦ ਸਰ ਆਪਾਂ ਫੇਰ ਨਿਊਜ਼ੀਲੈਂਡ ਤੇ ਆਉਂਦੇ ਹੈਗੇ ਜੀ ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਸਰ ਇਸ ਵਾਰ ਨਿਊਜ਼ੀਲੈਂਡ ਦਾ ਰਿਸਪੌਂਸ ਕੀ ਰਹੇਗਾ? ਮੈਡਮ ਮੇਰੇ ਤੋਂ ਬੈਟਰ ਤੁਸੀਂ ਦੱਸ ਸਕਦੇ ਹੋ ਕਿ ਮੇਰੀ ਐਕਸਪੈਕਟੇਸ਼ਨ ਹੈ ਕਿ 100% ਵੀਜ਼ਾਸ ਹੀ ਆਣ। ਆਪਾਂ ਤਾਂ ਮਤਲਬ ਜੋ ਐਪਲੀਕੇਸ਼ਨ ਰਿਸੀਵ ਕਰੀਏ ਹਮੇਸ਼ਾ ਸਾਡੀ ਇੱਛਾ ਹੁੰਦੀ ਹੈ ਕਿ ਕੋਈ ਵੀ ਅਗਰ ਸਾਡੇ ਕੋਲ ਅਪਰੋਚ ਕਰ ਰਿਹਾ ਹੈ ਤੇ ਉਹ ਸਾਡੇ ਆਫਿਸ ਚੋਂ ਵੀਜ਼ਾ ਲੈ ਕੇ ਹੀ ਜਾਏ। ਬਿਲਕੁਲ, ਬਿਕੋਜ਼ ਆਪਾਂ ਮੇਰਾ ਇੱਕ ਕੁਐਸਚਨ ਵੀਜ਼ਾ ਮੈਂ ਮਤਲਬ ਮੇਰਾ ਕੁਐਸਚਨ ਐ ਸੀ ਕਿ ਸਟੂਡੈਂਟ ਦਾ ਰੁਕ ਕੀ ਰਹੇਗਾ, ਕਿਆ ਉਹ ਅੱਜ ਵੀ ਇੰਟਰਸਟਿਡ ਹੋਣਗੇ? 100% ਇੰਟਰਸਟਿਡ ਹੈ। ਸਟੂਡੈਂਟਸ ਦਾ ਦੇਖੋ ਬੜਾ ਪੇਸ਼ੈਂਸ ਲੈਵਲ ਰੱਖਿਆ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ ਜਾਣਾ ਹੈਗਾ, ਪਿਛਲੇ 2-2 ਸਾਲ ਤੋਂ ਵੇਟ ਕਰ ਰਹੇ ਨੇ। ਯੂਕੇ ਜਦੋਂ ਸਟਾਰਟ ਹੋਇਆ ਸੀ, ਅਗਰ ਤੁਹਾਨੂੰ ਯਾਦ ਹੋਏ ਤੇ ਯੂਕੇ ਦੇ ਅੰਦਰ ਜਿੰਨੇ ਪੁਰਾਣੇ ਮੈਂਬਰ ਗਏ ਹੋਏ ਸੀਗੇ ਜਿਨ੍ਹਾਂ ਦੇ ਬ੍ਰਦਰ ਸਿਸਟਰ ਯੂਕੇ ਦੇ ਅੰਦਰ ਹੈ ਰਿਲੇਟਿਵ, ਉਹਨਾਂ ਨੇ ਆਪਣੇ ਸਾਰੇ ਬ੍ਰਦਰ ਸਿਸਟਰ ਨੂੰ ਰੀਕਾਲ ਕੀਤਾ ਸੀਗਾ,
ਕਿ ਤੁਸੀਂ ਫਟਾਫਟ ਆ ਜਾਓ। ਕਿੰਨੇ ਕਪਲਸ ਆਪਾਂ ਭੇਜੇ ਸੀਗੇ ਜੋ 2010 ਵਿੱਚ ਭੇਜੇ ਸੀ, ਔਰ ਉਹਨਾਂ ਨੂੰ ਬਾਅਦ ਚੋਂ ਆਪਾਂ 2019-20 ਦੇ ਅੰਦਰ ਵੀ ਉਹਨਾਂ ਦੇ ਬ੍ਰਦਰ ਸਿਸਟਰਸ ਨੂੰ ਭੇਜਿਆ। ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਰਿਲੇਟਿਵ ਨਿਊਜ਼ੀਲੈਂਡ ਦੇ ਅੰਦਰ ਬੈਠੇ ਨੇ ਤੇ ਉਹ 100% ਆਪਣੇ ਜਿਹੜੇ ਰਿਲੇਟਿਵ ਇੰਡੀਆ 'ਚ ਬੈਠੇ ਨੇ ਬ੍ਰਦਰ ਸਿਸਟਰਸ ਜਾਂ ਕੋਈ ਵੀ ਫਰੈਂਡ ਸਰਕਲ ਉਹਨੂੰ ਜ਼ਰੂਰ ਪਤਾ ਬੁਲਾਉਣਗੇ। ਨਹੀਂ ਮੈਨੂੰ ਬਹੁਤ ਕਾਲਸ ਆਈਆਂ ਨੇ ਇਹਨਾਂ 2 ਸਾਲਾਂ ਦੇ ਵਿੱਚ। ਮੈਨੂੰ ਇੰਨਾ ਕੁ ਕੁਝ ਸਟੂਡੈਂਟ ਤਾਂ ਲਿਟਰਲੀ ਆਇਲਸ ਕਰਕੇ ਵੇਟ ਹੀ ਕਰ ਰਹੇ ਨੇ। ਲੁਧਿਆਣਾ ਤੋਂ ਇੱਕ ਕਲਾਇੰਟ ਸੀ, ਉਹ ਕਹਿੰਦਾ ਮੈਡਮ ਮੈਂ ਜਾਣਾ ਹੀ ਨਿਊਜ਼ੀਲੈਂਡ। ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਖਾਲੀ, ਬਿਲਕੁਲ ਮੈਂ ਤਸੱਲੀ ਨਾਲ ਬੈਠਾ ਹਾਂ ਤੇ ਅੱਜ ਉਹਨਾਂ ਬੱਚਿਆਂ ਲਈ ਮੌਕਾ ਆ ਚੁੱਕਿਆ ਹੈਗਾ। ਤੇ ਤੁਸੀਂ ਮਤਲਬ ਇਟਸ ਅ ਵੈਰੀ ਗੁੱਡ, ਮੇਰੇ लिए ਤਾਂ देखो बहुत अच्छी न्यूज़ थी, क्यों मैं अपना करियर ही न्यूजीलैंड के नाल शुरू किया सी। बट चलो एक आपको बात करनी चाहिए, हिमालयन जी ने बीएससी एग्रीकल्चर इंग्लिश मीडियम। हिमालयन जी आप 100% एलिजिबल हो। आप स्काइप सेशन रखना चाहते हो, पीटी की जरूरत नहीं है। स्काइप सेशन रखना चाहते हो या फिर हमारे काउंसलर से बात करना चाहते हो, प्लीज अपना नंबर भी शेयर कर दीजिएगा। या फिर आप हमारे प्रोफाइल पे, जो मेरा व्हाट्सएप नंबर है 9888498195, आप इस नंबर पे अपने प्रोफाइल को व्हाट्सएप कर सकते हो और मेरे साथ व्हाट्सएप पे चैट कर सकते हो इफ यू नीड। तो आप एक काम कीजिए ना सर, आप अपनी एप्लीकेशन 2-3 दिन में डिसाइड कर लो। मई जून इनटेक है हमारे पास मिक्स, और आप उसमें एलिजिबल हो, क्योंकि आज की डेट में यू डोंट रिक्वायर आइल्स। अगर सितंबर के लिए कोई यूनिवर्सिटी मैंडेटरी कर देती है। अजय पाल मीना जी बड़ा अच्छा कमेंट कर रहे हैं कि मेरे फ्रेंड ने सुजेस्ट किया था विजन वे का, उसका यूके का वीजा लगा हुआ है। थैंक यू जी। तो देखिए, आप रेफरेंस से आए हो तो आपको हमारे ऊपर ट्रस्ट करने में कोई दिक्कत नहीं होनी चाहिए। आप बेचिंत होके अपनी एप्लीकेशन जो है हमारे पास से अप्लाई करें, देयर इज नो इश्यू। और हमारे लिए तो सर ये चेन्स ही जो बनती है, यही सबसे बड़ी अचीवमेंट होती है कि हमारे आपके फ्रेंड का वीजा लगा, आपका ट्रस्ट मेंटेन हुआ। हम कोशिश करेंगे अपनी तरफ से 100% एफर्ट्स करेंगे कि आपको हम बेस्ट सर्विसेज, बेस्ट गाइडेंस दे। तो इसके साथ हमारे पास फर्दर कमेंट्स अभी तो नहीं है हमारे पास। तो अजय पाल जी को मैं बोलूंगी कि राजस्थान में तो चलिए अभी नहीं है ब्रांच हमारी, बट आप हमारे साथ वीडियो कॉल के थ्रू, ईमेल्स के थ्रू, हमारे पे बहुत क्लाइंट आते हैं। अजय इट्स नॉट अबाउट राजस्थान में, छत्तीसगढ़ के क्लाइंट, आसाम के क्लाइंट्स भी हमने वीडियो कॉल के थ्रू सॉर्ट आउट किए हुए हैं। और ये सर अभी हमारा पीछे वीजा लगा था, बहरीन से स्टूडेंट ने कनाडा माइग्रेट किया, तो वो हमने सब ईमेल्स के थ्रू ही सॉर्ट आउट किया था। तो इसलिए कुछ भी वरी हमारे पास एक एप्लीकेशन आई है हंगरी से, और वो कनाडा जाना चाहते हैं तो वो चल रहा है। तो ऐसी एप्लीकेशन बहुत रेगुलर आती रहती है, डोंट वरी। फिर नाउ कमिंग पेमेंट आफ्टर वीजा, इज दिस ऑफर एग्जिस्ट फॉर ऑस्ट्रेलिया? क्या कह सकते हैं सर, प्रोफाइल टू प्रोफाइल चीजा ने, अगर प्रोफाइल दम ही नहीं होएगा, क्या पेमेंट आफ्टर वीजा, क्या बिफोर वीजा। सो इट इज नॉट अबाउट आप प्रोफाइल देखे बिना किसी भी चीज से ऐसा का कोई कमेंट नहीं करेंगे। प्रोफाइल शेयर करना चाहें आप तो प्लीज अपना प्रोफाइल शेयर करें। उसके बाद ब्लूम्सबेरी यूके यूनिवर्सिटीज के बारे में कोई आपसे क्वेश्चन पूछ रहा है। एक जसदम रेड जी ने कहा सर मेरी यूके दी ऑफर आई है, बट उस ऊपर नेम नहीं, नेम है नहीं मेरा, ਤੁਹਾਡਾ ਕੀਤਾ ਅਪਲਾਈ, ਤੁਹਾਡੇ ਕੀਤੇ ਅਪਲਾਈ। आई एम सॉरी, अब आंसर क्वेश्चन नहीं समझ आया। क्या तुसी यह कहना चाहते हो कि एजेंट नेम नहीं हैगा, मतलब व्हाट इज द एक्चुअल क्वेश्चन? क्योंकि ऑफर लेटर बिना नेम दे हो नहीं सकती हैगी, ते कोई मिसप्रिंट अगर यूनिवर्सिटी वालों होया ते कांट से, बट फिर भी ਇਹ ਜੋ ਚੀਜ਼ ਹੈ ਛੋਟੀ ਮੋਟੀ ਮਾਈਨਰ ਮਿਸਟੇਕ ਨੇ। ਆਈ ਡੋंट थिंक ਕਿ ਇਹਨੂੰ ਸ਼ੋਅ ਤੇ ਆਪਾਂ ਡਿਸਕਸ ਕਰਾਂਗੇ, ਐਦਾਂ ਦੀ ਕੋਈ ਗੱਲ ਹੈ ਤੇ ਕਾਉਂਸਲਰ ਨਾਲ ਸਿੱਧਾ डायरेक्टली कॉल कर सकते हो। यूनिवर्सिटी के बारे में मनी राम को, हाँ सर, ब्लूम्सबेरी के यूके यूनिवर्सिटी जून लास्ट डेट की है, अप्लाई करने दी नेक्स्ट वीक तक ओपन है, बिल्कुल नेक्स्ट वीक ओपन है, कोई डेट नहीं आई हैगी, बट सीट्स लिमिटेड है, फर्स्ट कम और फर्स्ट सर्व जो ब्लूम्सबेरी के अंदर चल रहा है। जैसे हमारे पास अनकंडीशनल ऑफर लेटर रिसीव हुए हैं, और अनकंडीशनल ऑफर लेटर का मतलब ये है कि यूनिवर्सिटीज जो है वो बच्चों को डायरेक्ट बोल रही है कि आप फीस पे कर दें, और कोई इंटरव्यू नहीं ले रही, जस्ट वो एक प्रिपरेशन जरूर करवाएंगे आपकी, अगर उनको लगता है तो। अगर वो उनको लगेगा तो आपकी प्रिपरेशन करवाएंगे, नहीं तो वो भी नहीं करवाएंगे और कॉल नहीं लेंगे। अभी आज हमारे 5 अप्रूवल आई है, 5 अप्रूवल्स आई है, कुछ नहीं हुआ। ब्लूम्सबेरी स्टेट में दे सकते हैं पे योर फीस। हाँ बस, तो हम मतलब बहुत अच्छा चल रहे हैं बेसिकली, डोंट वरी। यूके ਦਾ ਆਪਾਂ ਇਸ ਟਾਈਮ थैंक गॉड कि ਸਾਡੇ ਕੋਲ ਇੱਕ ਕੰਟਰੀ ਐਸੀ ਹੈਗੀ ਹੈ ਕਿ ਬੱਚੇ ਦਾ ਕੈਸ ਆ ਰਿਹਾ ਤੇ ਵੀਜ਼ਾ ਹੀ ਲੱਗ ਰਿਹਾ, ਸੋਚਣ ਦੀ ਜ਼ਰੂਰਤ ਹੀ ਨਹੀਂ ਆ ਰਹੀ। फिर दोबारा एक अच्छा कमेंट आया दमन जी दा ट्रस्टेबल एंड गुड कंसल्टेशन, थैंक यू जी दमन। उस दिन भी तुसी मेनू कमेंट कीता सी, मैनू याद है, रियली थैंक यू फॉर दैट। क्वेश्चंस आई जा रहे ने, क्वेश्चंस आ रहे ने कि सर ब्लूम्सबेरी यूके आप तो आंसर कर देता है। मनी मैं भाग्य चोपड़ा जी कह रहे इन फर्दर मेरा प्लान है, मैं विजन वे से लगवाऊंगी। अभी सरगम खुराना मेरे दी है, उनका लगा हुआ है यूके का। हाँ जी अच्छा, सरगम खुराना आपकी सिस्टर है, तो मेरी भी कजन ही है, मेरी कजन नहीं है, मतलब शी इज माई रिलेटिव इवन दो। तो भाग्य चोपड़ा जी मोस्ट वेलकम।
ऑब्वियसली सरगम, अगर हमारे घर का ही बच्चा था बेडफोर्डशायर यूनिवर्सिटी यमुनानगर से बिलोंग करती थी वो? बिल्कुल सर, हाँ, तो वो बिल्कुल। बेडफोर्डशायर यूनिवर्सिटी गए हैं यूके अपने स्पाउस के साथ एंड अगर आप भी यमुनानगर से बिलोंग करते हो तो हम लोगों ने अभी हमारी रिसेंटली Instagram बस स्टैंड के पास ही जगाधरी बस स्टैंड से अगर टुवर्ड्स यमुनानगर जब आप जाओगे तो वहां पे हमने अपनी ब्रांच ओपन की है, तो आप हमारी ब्रांच में विजिट करके डिटेल्ड इंफॉर्मेशन वहां से ले सकते हो आप। बिल्कुल जी। क्वेश्चन आया सुखप्रीत जी दा, हाउ कैन आई कम्युनिकेट विद यू अबाउट माय प्रोफाइल? सुखप्रीत, यू कैन कम्युनिकेट ऑन आवर व्हाट्सएप नंबर, प्लीज नोट डाउन द नंबर्स 9781328195. on that number I am available on WhatsApp, you can chat with us 9888 98484985, ये मेरा पर्सनल This is व्हाट्सएप personal नंबर use है। number. व्हाट्सएप पे चैट कर सकते हैं आप, प्लीज कॉल ना कीजिएगा क्योंकि हमारा शेड्यूल भी बिजी रहता है। तो चैट पे अगर अभी जब भी अवेलेबल होंगे तो हम लोग आपको आंसर जरूर कॉल करेंगे। बैक हम आपकी खुद अरेंज करवाएंगे, डोंट वरी। आप हमसे अपना प्रोसेस, आप अपना प्रोफाइल हमसे असेस करवाइए, आपका प्रोफाइल अप्रोचेबल है, होने वाला है, तो वी विल गाइड यू अकॉर्डिंगली एंड वी विल कॉल यू अकॉर्डिंगली, सो डोंट वरी अबाउट इट। जब आप हमसे कॉल करोगे आप फाइनल कर लोगे कि यस एप्लीकेशन आपको प्रोसेस करनी है, तो पर्टिकुलर आपको एक काउंसलर अलॉट हो जाएगा जो आपको डिटेल इंफॉर्मेशन प्रोवाइड करेंगे हर चीज के बारे में। जस्ट द रेट ਤੁਹਾਡਾ ਮੈਨੂੰ ਲੱਗਦਾ ਕੋਈ ਸੀਰੀਅਸ ਕੰਸਰਨ ਹੈ, ਇਟਸ ਫਾਈਨ। ਤੁਸੀਂ ਇੱਕ ਕੰਮ ਕਰੋ, ਨੰਬਰ ਮੈਂ ਹੁਣੇ ਦੱਸੇ ਨੇ ਤੁਹਾਨੂੰ 9781328195, ਆਪਣਾ ਆਫਰ ਲੈਟਰ ਮੈਨੂੰ ਸ਼ੇਅਰ ਕਰ ਦਿਓ, ਲੈਟ ਮੀ ਚੈੱਕ ਵਾਟ ਇਜ਼ ਹੈਪਨਿੰਗ, ਡੋਂਟ ਵਰੀ ਅਬਾਊਟ ਇਟ। ਕੁਝ ਵੀ ਹੈਗਾ ਮਾਈਨਰ, ਕੁਝ ਕਲੈਰੀਕਲ ਐਰਰਸ ਨੇ, ਕੁਝ ਵੀ ਹੈਗਾ ਵੀ ਕੈਨ ਸੌਰਟ ਇਟ ਆਊਟ। ਅਮਨ ਆਫੀਸ਼ੀਅਲ ਦੀ ਕਹਿੰਦੇ ਸਰ ਆਸਟ੍ਰੇਲੀਆ ਲਈ ਕਿੰਨਾ ਕੁ ਟਾਈਮ ਲੱਗ ਸਕਦਾ ਹੈ? ਅਮਨ ਪ੍ਰੋਫਾਈਲ ਟੂ देखो ਆਸਟ੍ਰੇਲੀਆ ਦੇ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਸਭ ਤੋਂ ਪਹਿਲੇ ਉਹਨਾਂ ਨੇ 2021 ਪਾਸ ਆਊਟ ਸਟੂਡੈਂਟਸ ਵਾਸਤੇ ਯੈਸ ਕੀਤੀ ਹੈ ਔਰ 21 ਪਾਸ ਆਊਟ ਦਾ ਵੀ ਉਹ ਹੁਣ ਗੈਪ ਦੇ ਬਾਰੇ ਪੁੱਛਣ ਲੱਗੇ ਨੇ 21 ਤੋਂ 22 ਤੁਸੀਂ ਕੀ ਕੀਤਾ, ਕਿਉਂਕਿ +2 ਵਾਲੇ ਸਟੂਡੈਂਟਸ ਦੇ ਐਗਜ਼ਾਮ ਹੋ ਗਏ ਨੇ। देयर इज नो सर्टेन और प्रीफिक्स टाइम, ऐसा कोई टाइम नहीं है कि इमीग्रेशन आज की डेट के अंदर कोई भी एप्लीकेशन जो ਆਪਾਂ ਲੌਜਮੈਂਟ ਕਰ ਰਹੇ ਹਾਂ ਉਹਦੇ ਬਾਰੇ ਡਿਟੇਲ ਕ੍ਰੋਸ ਚੈੱਕ ਉਹਨਾਂ ਨੂੰ ਕਰ ਰਹੇ ਹੈਗੇ ਨੇ। मतलब इंडिया दे लेवल 3 ਦਾ ਹੋਣ ਦਾ मीनिंग देयर इज ए चेक ऑन आवर एप्लीकेशन, ਉਹ ਚੈੱਕ ਜ਼ਰੂਰ ਕਰਨਗੇ ਜੋ ਤੁਸੀਂ ਡਾਕੂਮੈਂਟ ਚਾਹੇ ਤੁਸੀਂ ਐਕਸਪੀਰੀਅੰਸ ਪ੍ਰੋਵਾਈਡ ਕਰ ਰਹੇ ਹੋ ਜਾਂ ਫਿਰ ਤੁਸੀਂ ਫੰਡਸ ਪ੍ਰੋਵਾਈਡ ਕਰ ਰਹੇ ਹੋ ਜਾਂ ਐਕੈਡੈਮਿਕ ਪ੍ਰੋਫਾਈਲ ਹੈ ਜਾਂ ਤੁਹਾਡਾ ਆਇਲਸ ਹੈ, ਇੱਕ ਇੱਕ ਚੀਜ਼ ਉਹ ਚੈੱਕ ਕਰਨ ਤੋਂ ਬਾਅਦ ਤੁਹਾਡਾ ਵੀਜ਼ਾ ਜਿਹੜਾ ਹੈਗਾ ਪੋਜ਼ਿਟਿਵਲੀ ਮੈਨੂੰ ਉਮੀਦ ਹੈ ਕਿ ਅਪਰੂਵ ਕਰਨਗੇ। ਬਟ ਯੂ ਹੈਵ ਟੂ ਪੇਸ਼ੈਂਸ ਕਿ ਆਸਟ੍ਰੇਲੀਆ ਵਾਸਤੇ ਪੇਸ਼ੈਂਸ ਕਰਨਾ ਚਾਹੀਦਾ। ਅਸੈਸਮੈਂਟ ਲੈਵਲ 2 ਵਿੱਚ ਵੀ ਆ ਗਏ ਨੇ, ਬਹੁਤ ਸਾਰੇ ਲੈਵਲ 1 ਸੀ ਜੀ, ਬਿਲਕੁਲ ਬਹੁਤ ਸਾਰੇ ਕਾਲਜ ਜਿਹੜੇ ਹੈਗੇ ਨੇ ਉਹਨਾਂ ਨੇ ਅਸੈਸਮੈਂਟ ਲੈਵਲ 2 ਚ ਪਾਤੇ ਨੇ। ਔਰ ਅਸੈਸਮੈਂਟ ਲੈਵਲ 2 ਜਾਂ ਅਸੈਸਮੈਂਟ ਲੈਵਲ 3 ਦਾ मीनिंग क्या है? इवन ਅਸੈਸਮੈਂਟ ਲੈਵਲ 1 ਦੇ ਅੰਦਰ ਵੀ ਅਗਰ ਸਟੂਡੈਂਟ ਜਾ ਰਿਹਾ ਹੈ ਔਰ ਲੈਵਲ, ਕਿਉਂਕਿ ਇੰਡੀਆ ਕੰਟਰੀ ਜਿਹੜੀ ਉਹ ਲੈਵਲ 3 ਦੇ ਵਿੱਚ ਆਉਂਦੀ ਹੈ, ਉਹ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਪਲੱਸ ਐਕੈਡੈਮਿਕ ਚੈੱਕ ਕਰਨ ਦੇ ਪੂਰੇ ਰਾਈਟਸ ਰੱਖਦੇ ਨੇ ਔਰ ਕੋਈ ਵੀ ਵੀਜ਼ਾ ਆਫੀਸਰ ਉਹਨੂੰ ਕ੍ਰੋਸ ਚੈੱਕ ਕਰ ਸਕਦਾ ਹੈ। ਦੇ ਕੈਨ ਟੇਕ ਯੋਰ ਕਾਲ, ਸਕਾਈਪ ਕਾਲ ਕਰ ਸਕਦੇ ਨੇ, ਇੰਟਰਵਿਊ ਕਾਲ ਕਰ ਸਕਦੇ ਨੇ, ਯੂ ਹੈਵ ਟੂ ਬੀ ਰੈਡੀ। ਜੀ ਸੁਖਪ੍ਰੀਤ ਜੀ ਤੁਹਾਡਾ ਪ੍ਰੋਫਾਈਲ ਪਤਾ ਲੱਗ ਗਿਆ, ਕੰਟਰੀ ਵੀ ਮੈਸੇਜ ਕਰ ਦਿਓ ਮੈਨੂੰ ਜਲਦੀ ਜਲਦੀ, ਮੈਂ ਇੱਥੇ ਹੀ ਆਨਸਰ ਕਰ ਦਿੰਦੀ ਆ। ਪ੍ਰੋਫਾਈਲ ਹੈਗਾ BBA 61, MBA 67% ਪਾਸਡ ਇਨ 2020, ਬੈਂਡ 6.5 ਨੋਟ ਲੈਸ ਦੈਨ 6। ਮੈਨੂੰ ਲੱਗਦਾ ਕਿ ਇਹ ਸਟੂਡੈਂਟ ਜਿਹੜਾ ਹੈਗਾ ਕੈਨੇਡਾ ਔਰ UK ਕਿੱਥੇ ਜਾਣਗੇ ਪਤਾ ਨਹੀਂ ਹੁਣ ਸਰ ਕੀ ਸਸਪੈਂਸ ਲਾਣਗੇ। ਜਲਦੀ ਸੁਖਪ੍ਰੀਤ ਮੈਨੂੰ WhatsApp ਕਰ ਦਿਓ, ਮੈਸੇਜ ਕਰ ਦਿਓ ਇਸੇ ਤੇ, ਇੰਸਟਾ ਤੇ ਹੀ, ਜਿੱਥੇ ਵੀ ਤੁਸੀਂ ਚੈਟ ਕਰ ਰਹੇ ਹੋ, ਕਿਹੜੀ ਕੰਟਰੀ ਲਈ ਜਾਣਾ। ਆਸਟ੍ਰੇਲੀਆ, ਠੀਕ ਹੈ। 2021 ਪਾਸ ਆਊਟ ਨੇ, हाँ 2021 पास आउट ने MBA ऑलरेडी मोस्ट वेलकम MBA सर हाँ MBA ਆਪਾਂ ਬਹੁਤ ਸਾਰੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀ ਤੁਹਾਨੂੰ ਦੁਬਾਰਾ MBA ਦਾ ਆਪਸ਼ਨਸ ਆਪਾਂ ਜਨਰੇਟ ਕਰ ਸਕਦੇ ਹਾਂ, ਜਾਂ ਫਿਰ ਆਪਾਂ ਮਾਸਟਰ ਆਫ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਜੋ ਕਿ ਬਿਜ਼ਨਸ ਔਰ IT ਦਾ ਇੱਕ ਕਾਮਨ ਪ੍ਰੋਡਕਟ ਉਹਨਾਂ ਨੇ ਲਾਂਚ ਕੀਤਾ ਹੈਗਾ, ਆਪਾਂ ਕੁਝ ਇਦਾਂ ਦਾ ਪ੍ਰੋਡਕਟ ਲੈ ਸਕਦੇ ਹੈਗੇ ਆ। ਦੁਬਾਰਾ MBA ਦਾ ਨਹੀਂ, ਅਗਰ MBA ਵੀ ਲੈਣਾ ਚਾਹੁੰਦੇ ਹੋ ਜੋ ਤੁਸੀਂ ਇੰਡੀਆ ਦੇ ਅੰਦਰ ਸਪੈਸ਼ਲਾਈਜੇਸ਼ਨ ਕੀਤੀ ਹੈ ਉਹ ਸਪੈਸ਼ਲਾਈਜੇਸ਼ਨ ਸਾਨੂੰ ਚੇਂਜ ਕਰਨੀ ਪਏਗੀ। ਜਿਹੜੀ ਬੈਟਰ ਆਪਸ਼ਨ ਕੀ ਮਾਸਟਰ ਆਫ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਉਹ ਤੁਸੀਂ ਲੈ ਰਹੇ ਹੋ, ਸਿਸਟਮ ਵੀ ਲੈ ਸਕਦੇ, ERP ਵੀ ਲੈ ਸਕਦੇ, ਜੀ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ਸਿਸਟਮ ਜ਼ਰੂਰ ਲੈ ਸਕਦੇ ਹੋ ਤੁਸੀਂ। मतलब वी हैव ऑप्शंस फॉर यू, तो प्लीज अपना फाइनल करो और ਤੁਸੀਂ ਜੀ ਬਿਲਕੁਲ ਇਹ ਹੀ ਹੈਗਾ ਕਿ 2020 ਕੀਤਾ ਤੇ ਇੱਕ ਕੁਐਸਚਨ ਜ਼ਰੂਰ ਯੂਨੀਵਰਸਿਟੀਜ਼ ਰੇਜ਼ ਕਰਨਗੇ ਕਿ ਕੀ ਕਰ ਰਹੇ ਹੋ 2020 ਤੋਂ ਬਾਅਦ, ਅਗਰ ਜੌਬ ਕਰ ਰਹੇ ਹੋ ਤੇ ਕੋਈ ਪ੍ਰੋਬਲਮ ਨਹੀਂ ਹੈ। ਇੱਥੇ ਨੰਬਰ ਪੁੱਛ ਰਹੇ ਹੋ ਤੁਸੀਂ, ਸਾਡਾ ਨੰਬਰ ਹੈ ਜੀ 9888498195, ਮੈਡਮ ਦਾ WhatsApp ਨੰਬਰ ਹੈ 9781328195 ਜੀ। ਹਾਂਜੀ ਅਟਵਾਲ ਜੀ, ਮੈਮ UK ਟੂਰਿਸਟ ਵੀਜ਼ਾ ਦਾ ਕੀ ਪ੍ਰੋਸੈਸ ਹੈ ਤੇ ਕੀ ਕੋਸਟ ਹੈ? ਬੇਟਾ ਉਹ ਤੇ ਐਮਬੈਸੀ ਫੀਸ ਲੱਗਣੀ ਹੈ, ਪ੍ਰੋਸੈਸ ਕੀ ਕਿੰਨੇ ਸਪਾਂਸਰ ਕੀਤਾ ਹੈ ਤੁਹਾਨੂੰ? ਟੂਰਿਸਟ ਵੀਜ਼ਾ ਤੋਂ ਗੱਲ ਕੀਤੀ ਜਾਏ, ਟੂਰਿਸਟ ਵੀਜ਼ਾ ਦੇ ਅੰਦਰ ਜੋ ਬੜਾ ਜ਼ਰੂਰੀ ਹੈ ਕਿਉਂਕਿ ਪੇਰੈਂਟਸ ਜਿਹੜੇ ਸਟੂਡੈਂਟਸ ਕੈਨੇਡਾ ਗਏ ਨੇ ਉਹ ਆਪਣੇ ਪੇਰੈਂਟਸ ਨੂੰ ਰੀਕਾਲ ਕਰਨਾ ਚਾਹੁੰਦੇ ਨੇ, ਬੁਲਾਉਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ ਔਰ ਉੱਥੇ ਦੀ ਜਿਹੜੀ ਕੰਸਲਟੈਂਟਸ ਹੈਗੇ ਨੇ ਇਹਨਾਂ ਨੂੰ ਬਹੁਤ ਵੱਡਾ ਇੱਕ ਬਿਜ਼ਨਸ ਬਣਾ ਲਿਆ ਹੈ। क्या सीरियसली
मतलब 8-8 लाख रुपए 4-4 5-5 लाख रुपए ਜਿਹੜਾ पेरेंट्स को लिता जा रहा है, क्या वो सही है? और इस टाइम कनाडा इमिग्रेशन इतनी ज्यादा लीनियंट है कि मैं सर एग्रीड हाँ, एजेंट का कर ही रहा है, बट क्या स्टूडेंट को समझ नहीं आ रहा? क्या पेरेंट्स को समझ नहीं आ रहा? स्टूडेंट मैं कहनी पेरेंट्स भी बेचारे किਤੇ ਨਾ ਕਿਤੇ ਘੱਟ ਪੜੇ ਹੋਏ ਨੇ ਜਾਂ ਚਲੋ ਉਹਨਾਂ ਨੂੰ ਲੱਗਦਾ ਹੈ ਬੱਚੇ ਨੂੰ ਮਿਲਣਾ, ਬਟ ਕਿਆ ਉਹ ਬੱਚੇ ਜਿਹੜੇ ਆਲਰੇਡੀ ਉੱਥੇ ਕੈਨੇਡਾ ਸਟੱਡੀ ਕਰ ਰਹੇ ਨੇ ਇੰਨਾ ਆਪਣੇ ਆਪ ਆਪਣੀ ਫਾਈਲਸ अपने एक्सप्लोर कर चुके ने ਕਰਨਾ ਕੀ ਕਰਨਾ ਕੀ ਹੈ। ਤੇ ਕਿਉਂ देखो ਅਸੀਂ ਤੁਸੀਂ ਇੰਨਾ एक अगर किसी कोई कंसल्टेंट ਤੁਹਾਡੇ ਕੋਲੋਂ 20-30-40,000 ਰੁਪਏ ਲੈ ਰਿਹਾ ਔਰ ਪੇਰੈਂਟਸ ਦੀ ਲੋਜਮੈਂਟ ਕਰ ਰਿਹਾ, ਠੀਕ ਹੈ 50,000 ਰੁਪਏ ਤੱਕ ਉਹਦੇ ਸਰਵਿਸ ਚਾਰਜ ਜਿਹੜੇ ਹੈਗੇ ਨੇ ਓਕੇ ਹੈ, ਕਿਉਂਕਿ ਉਹ ਟਾਈਮ ਵੀ ਦੇਗਾ ਤੁਹਾਡੀ ਐਪਲੀਕੇਸ਼ਨ ਤੇ ਔਰ ਵਰਕ ਵੀ ਕਰੇਗਾ, ਉਸ ਤੋਂ ਬਾਅਦ ਤਾਂ ਹੀ ਵੀਜ਼ਾ ਲੈ ਪਾਓਗੇ, ਉੱਥੇ ਤੱਕ ਜਸਟੀਫੀਏਬਲ ਹੈ। मतलब 50,000 ਤੱਕ 40,000 ਤੱਕ ਅਗਰ ਕੋਈ ਵੀ ਤੁਹਾਡੇ ਕੋਲ ਪੇਰੈਂਟਸ ਦੀ ਐਪਲੀਕੇਸ਼ਨ ਤੇ ਕੋਈ ਤੁਹਾਡੇ ਕੋਲ 8 ਲੱਖ 10 ਲੱਖ 5 ਲੱਖ ਰੁਪਏ ਚਾਰਜ ਕਰ ਰਿਹਾ, ਦੈਨ ਬੀ ਅਵੇਅਰ, बचो जिन्ना बच सकते हो इधर कंसल्टेंट्स को ਜਦੋਂ बचो। ਇਮੀਗ੍ਰੇਸ਼ਨ ਨੇ ਪੇਰੈਂट्स ਨੂੰ ਵੀਜ਼ਾ ਦੇਣਾ ਉਸ They are openly inviting because they want to promote their tourist industry। ਬਿਲਕੁਲ 2 इस ਸਾਲ पर्पस ਤੋਂ ਬਿਲਕੁਲ ਕੋਵਿਡ ਦੇ ਇਫੈਕਟਸ ਬਹੁਤ ਜ਼ਿਆਦਾ ਨੇ। ਦੇਖੋ ਇੱਕ ਕੋਈ ਵੀ ਅਗਰ ਪੇਰੈਂਟਸ ਹੀ ਮਿਲਣ ਜਾ ਰਹੇ ਨੇ ਤੇ ਨਾ ਕਰਦੇ 5-7 ਲੱਖ ਰੁਪਏ ਅੱਛਾ ਟਿਕਟ ਤੇ ਸ਼ੋਪਿੰਗ ਤੇ ਉਹ ਖਰਚ ਕਰਨਗੇ, ਉੱਥੇ ਕੈਨੇਡਾ ਦੀ ਇਕਨੋਮੀ ਨੂੰ ਇੱਕ ਬੂਸਟ ਮਿਲ ਰਿਹਾ ਹੈ, ਜਿਹਦੇ ਕਰਕੇ ਉਹਨਾਂ ਨੇ ਓਪਨ ਕੀਤਾ ਹੈਗਾ ਕਿ ਕੋਈ ਵੀ ਵਿਜ਼ਟਰ ਵੀਜ਼ਾ ਤੇ ਅਗਰ ਆਣਾ ਚਾਹੁੰਦਾ ਹੈ ਪੇਰੈਂਟਸ ਤੇ ਉਹਨਾਂ ਨੂੰ ਇਨਵਾਈਟ ਕਰ ਰਹੇ ਨੇ, ਓਪਨ ਸੱਦਾ ਦੇ ਰਹੇ ਨੇ ਤੇ ਤੁਹਾਨੂੰ ਇਦਾਂ ਦੀ ਓਵਰ ਜਿਹੜੇ ਚਾਰਜ ਕਰ ਰਹੇ ਨੇ ਕੰਸਲਟੈਂਟਸ, ਉਹਨਾਂ ਤੋਂ ਬਚਣਾ ਚਾਹੀਦਾ ਹੈ ਔਰ ਆਪਣੀ ਐਪਲੀਕੇਸ਼ਨ ਸਹੀ ਹੱਥਾਂ ਤੋਂ ਅਪਲਾਈ ਕਰਵਾਉਣੀ ਚਾਹੀਦੀ ਅਗਰ ਸਰ ਸੋਚੀ ਰਹਿ ਕਿ 20 ਮਿੰਟਸ ਚ ਸ਼ੋ ਫਿਨਿਸ਼ ਕਰਾਂਗੇ, ਬਟ ਇੰਨੇ ਸਾਰੇ ਕੁਐਸਚਨਸ ਹਲੇ ਵੀ ਪੈਂਡਿੰਗ ਨੇ, ਮੈਨੂੰ ਨਹੀਂ ਲੱਗਦਾ ਅਗਲੇ 15 ਮਿੰਟ ਸਹੀ ਵਿੱਚ ਗੱਲ ਵੀ ਖਤਮ ਹੋਣ ਵਾਲਾ ਸ਼ੋ। ਕੁਐਸਚਨ ਸਰ ਅਗਲਾ ਆ ਗਿਆ ਹੈਗਾ ਅਨਵੀ ਜੋਸ਼ੀ ਦਾ, ਮੈਮ ਬਲੂਮਸਬਰੀ ਇੰਸਟੀਚਿਊਟ ਤੋਂ ਆਫਰ ਕਿੰਨੇ ਦਿਨ ਤੱਕ ਆ ਜਾਂਦਾ? ਬੇਟੇ ਟਾਈਮਿੰਗ ਹੈਗਾ ਸਿਰਫ 24 ਆਵਰਸ ਟੂ 72 ਆਵਰਸ। ਜਿਸ ਟਾਈਮ ਤੁਹਾਡੀ ਸੂਟੇਬਿਲਿਟੀ ਇੰਟਰਵਿਊ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਸਬਮਿਸ਼ਨ ਤੋਂ ਬਾਅਦ 24 ਆਵਰਸ ਟੂ 72 ਆਵਰਸ ਆਫਰ ਆ मतलब अगर आप कहिए 48 to 72 आवर्स ਦੇ ਅੰਦਰ ਆਪਾਂ ਆਫਰ ਲੈਟਰ ਪ੍ਰੋਵਾਈਡ ਕਰ ਦਾਂਗੇ ਆ ਤੁਹਾਨੂੰ। ਜਾਏਗਾ, ਬਿਲਕੁਲ ਆ ਜਾਏਗਾ। ਤੇ ਉਸ ਤੋਂ ਬਾਅਦ ਅਗਰ ਆਪਾਂ ਪਰਸਨਲ ਸਟੇਟਮੈਂਟ ਫਾਰਮ ਉਹਨਾਂ ਨੂੰ ਅੱਛੇ ਤੋਂ ਦੇ ਰਹੇ ਹਾਂ ਤੇ 3 ਵਰਕਿੰਗ ਡੇਜ਼ ਦੁਬਾਰਾ ਲਿੱਤੇ ਜਾ ਰਹੇ ਨੇ। ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਪੇ ਕਰ ਸਕਦੇ ਹੋ, ਫੰਡਸ ਦਿਓ, ਮੈਡੀਕਲ ਕਰਾਓ, ਕੈਸ਼ ਫਿਨਿਸ਼। ਬਹੁਤ ਈਜ਼ੀ ਪ੍ਰੋਸੈਸ ਹੈ। ਮੈਨੂੰ ਲੱਗਦਾ ਹੈ ਕਿ ਜੋ ਰਿਸਪੌਂਸ ਸਾਨੂੰ ਮਿਲ ਰਿਹਾ ਹੈ, ਜੋ ਕੁਐਸਚਨਸ ਆਨਸਰ ਆ ਰਹੇ ਨੇ, ਇਹ ਸਾਨੂੰ ਸ਼ੋ ਜਿਹੜਾ ਹੈਗਾ ਸਕਿਪ ਨਹੀਂ ਕਰਨਾ ਚਾਹੀਦਾ। ਸਾਡੇ ਜਿਹੜੇ ਚਾਹਤੇ ਹੈਗੇ ਨੇ ਉਹ ਵੇਟ ਕਰ ਰਹੇ ਹੁੰਦੇ ਨੇ ਸ਼ੋ ਦੀ, ਤੇ ਆਪਾਂ ਇੱਕ ਹੈਬਿਟ ਬਣਾਈਏ ਕਿ ਜੋ ਆਪਾਂ ਪ੍ਰੋਮਿਸ ਕੀਤਾ ਹੈਗਾ ਕਿ 4:30 ਵਜੇ ਆਪਾਂ ਇਹ ਸ਼ੋ ਜ਼ਰੂਰ ਆਰਗੇਨਾਈਜ਼ ਕਰੀਏ। ਔਰ ਸਪੈਸ਼ਲੀ ਮੈਨੂੰ ਲੱਗਦਾ ਹੈ ਕਿ ਲੋਕੀ ਤੁਹਾਨੂੰ ਵੀ ਬਹੁਤ ਜ਼ਿਆਦਾ ਸੁਣਨਾ ਚਾਹੁੰਦੇ ਨੇ, ਤੇ ਆਪਾਂ 4:30 ਵਜੇ ਟਾਈਮ ਫਿਕਸ ਕਰੀਏ। ਅਗਰ ਤੁਸੀਂ ਇਸ ਆਫਿਸ ਦੇ ਅੰਦਰ ਨਹੀਂ ਹੈ ਜਾਂ ਅਦਰ ਬ੍ਰਾਂਚ ਦੇ ਅੰਦਰ ਆਪਾਂ ਹੈਗੇ ਆ ਤੇ ਸਾਨੂੰ ਰਿਵਰਟ ਜ਼ਰੂਰ ਕਰਨਾ ਚਾਹੀਦਾ ਹੈ, ਚਾਹੇ ਆਪਾਂ ਕਿਸੇ ਵੀ ਤਰੀਕੇ ਨਾਲ ਨੂੰ ਆਰਗੇਨਾਈਜ਼ ਕਰੀਏ। ਮੈਂ ਸਰ 100% ਮੈਂ ਡੈਫੀਨਿਟਲੀ ਟਰਾਈ ਕਰਾਂਗੀ ਕਿ बेस्ट टू बेस्ट गाइडेंस दी जाए, रोज ऑनलाइन हो जाए, बट मे बी किसी दिन आई कैन नॉट प्रॉमिस, बट मोस्ट ऑफ द टाइम आई विल डू इट। सर मनी रामपुरिया जी, फीस आफ्टर वीजा ऑप्शन हैगा ਤੁਹਾਡੇ ਕੋਲ? ਮਨੀ ਜੀ ਸਾਡੇ ਕੋਲ ਸਭ ਕੁਝ ਹੈਗਾ, ਤੁਸੀਂ ਡਿਸਾਈਡ ਕਰੋ ਕੀ ਕਰਨਾ ਹੈ, ਕਿੱਦਾਂ ਕਰਨਾ ਹੈ, ਕਿੱਦਾਂ ਦਾ ਪ੍ਰੋਫਾਈਲ ਹੈ। ਦੇਖੋ ਇਹਦੇ ਚ ਨਾ ਇੱਕ ਗੱਲ ਬੜੀ ਡਿਟੇਲ ਵਿੱਚ ਕਰਨ ਦੀ ਲੋੜ ਹੈ ਕਿ ਮਾਰਕੀਟ ਦੇ ਅੰਦਰ ਚੱਲਦਾ ਹੈ ਜੀ ਕਿ ਪੇਮੈਂਟ ਆਫਟਰ ਵੀਜ਼ਾ ਦਾ ਆਪਸ਼ਨਸ ਕੀ ਹੈਗੇ ਨੇ ਔਰ ਕਿਸ ਤਰੀਕੇ ਨਾਲ ਆਪਾਂ ਚਾਰਜ ਕਰਦੇ ਆ। ਵਿਜ਼ਨ ਵੇ ਗੱਲ ਮੈਂ ਤੁਹਾਨੂੰ ਬੋਲਣਾ ਚਾਹੁੰਦਾ ਕਿ विजन वे ट्रांसपेरेंट लाइक ए मिरर, एक शीशे की तरह ट्रांसपेरेंट है। विजन वे कोई पैसा इन्वेस्ट नहीं करता। वी हैव लॉट्स ऑफ फाइनेंसर ਜਿਹੜੇ ਤੁਹਾਡੇ ਬਿਹਾਫ ਤੇ ਇਨਵੈਸਟ ਕਰਨਗੇ, ਔਰ ਕੋਈ ਵੀ ਬੰਦਾ ਇਨਵੈਸਟ ਕਰ ਰਿਹਾ ਹੈ ਤਾਂ ਉਹਦੀ ਕੋਸ਼ਿਸ਼ ਇਹ ਰਹਿੰਦੀ ਹੈ ਦੇ ਵਾਂਟ ਟੂ ਸਮਥਿੰਗ। ਤੇ ਤੁਸੀਂ ਅਗਰ ਕੋਈ ਵੀ ਯੂਨੀਵਰਸਿਟੀ ਤੁਸੀਂ ਚੂਜ਼ ਕਰਦੇ ਹੈਗੇ ਹੋ ਤੇ ਪਲੀਜ਼ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਚੂਜ਼ ਕਰੋ। ਵੀ ਕਾਂਟ ਕਮਿਟ ਦੈਟ ਕਿ 100% पेमेंट आफ्टर वीजास अवेलेबल है और डिपेंड करता है फाइनेंसर्स ਦੇ ਉੱਤੇ। they are third party source. Vision Way is not indulged in such kind of practice ਜੀ। ਸਰ ਇਸ ਤੋਂ ਬਾਅਦ ਅੱਛੇ ਕਮੈਂਟ ਵੀ ਆਏ ਨੇ ਸਰ ਸਾਡੇ ਕੋਲ। ਬੈਸਟ ਇਮੀਗ੍ਰੇਸ਼ਨ ਵਿਜ਼ਨ ਵੇ ਸਾਹਿਲ ਜੀ ਨੇ ਕਿਹਾ, ਥੈਂਕ ਯੂ ਸਾਹਿਲ, ਥੈਂਕ ਯੂ ਸੋ ਮਚ। ਇਸੇ ਕਰਕੇ ਹੈਗੇ ਕਿ ਤੁਸੀਂ ਸਪੋਰਟ ਕਰਦੇ ਹੋ। Does college affect visas? ਕਾਲਜ ਇਫੈਕਟ ਵੀਜ਼ਾ For which country? ਫॉर ਵਿਚ ਕੰਟਰੀ? ਕਾਲਜ ਤਾਂ ਤੁਹਾਨੂੰ ਅਗਰ ਸੀਟ ਦੇ ਰਿਹਾ ਕਾਲਜ DLI ਅਪਰੂਵਡ ਹੈ ਕੈਨੇਡਾ ਦੇ ਵਿੱਚ, UK ਵਿੱਚ ਉਹਦੇ ਕੋਲ ਹਾਇਰ ਐਜੂਕੇਸ਼ਨ ਪ੍ਰੋਵਾਈਡਰ ਵਿਦ ਟਰੈਕ ਰਿਕਾਰਡ ਆਫ ਕੰਪਲਾਈਂਸ ਹੈ। ਮੈਂ ਇੱਥੇ ਥੋੜਾ ਜਿਹਾ ਬਿਲਕੁਲ ਇਫੈਕਟ ਕਰਦਾ ਹੈਗਾ, ਡਿਪੈਂਡ ਕਰਦਾ ਕਿਹੜੀ ਕੰਟਰੀ ਦੇ ਅੰਦਰ ਆਪਾਂ ਆਪਣੀ ਐਪਲੀਕੇਸ਼ਨ ਅਪਲਾਈ ਕੀਤੀ ਹੈਗੀ। ਬਿਲਕੁਲ ਸਰ। ਉਸ ਤੋਂ ਬਾਅਦ ਸੋ ਇਹਦੇ ਲਈ ਥੋੜਾ ਜਿਹਾ ਸਾਨੂੰ ਤੁਹਾਡੇ ਵੱਲੋਂ ਡਿਟੇਲਡ ਕੁਐਸਚਨ ਚਾਹੀਦਾ ਕਿ ਕੁਐਸਚਨ ਕੀ ਪ੍ਰੋਪਰ ਡਿਟੇਲਡ ਕੀ ਕੁਐਰੀ ਹੈਗੀ ਤੁਹਾਡੀ। ਅੱਛਾ ਜੀ, ਸਾਡੇ ਕੋਲ ਨੈਕਸਟ ਕੁਐਸਚਨ ਆਇਆ ਹੈਗਾ, ਸਰ ਤੁਹਾਡੀ ਕਿੰਨੀ ਫੀਸ ਹੈ UK ਦੀ ਸਪਾਊਸ ਕੇਸ ਅਪਲਾਈ ਕਰਨਾ ਹੋਵੇ ਤਾਂ? ਸਰ ਪਹਿਲੇ ਫਿਰ ਦੁਬਾਰਾ ਉਹੀ ਗੱਲ ਆ ਗਈ, UK ਦਾ ਸਪਾਊਸ ਕੇਸ ਅਪਲਾਈ ਕਰਨਾ, ਕਿਆ ਤੁਹਾਡੀ ਵਾਈਫ ਜਾ ਚੁੱਕੀ ਹੈ? ਅਗਰ ਉਹ ਗਈ ਹੈ ਉਹ ਕਿਹੜੇ ਲੈਵਲ ਤੇ ਗਈ ਹੈ, ਕਦੋਂ ਗਈ ਹੈ, ਕਿੰਨੀ ਫੀਸ ਪੇ ਕਰਕੇ ਗਈ ਹੈ, ਤੁਹਾਡੀ ਮੈਰਿਜ ਕਦੋਂ ਹੋਈ ਸੀ, ਤੁਹਾਡੇ ਕੋਲ ਫੰਡਸ ਕਿੰਨੇ ਨੇ? ਬਹੁਤ ਸਾਰੇ ਮੇਰੇ ਕੋਲ ਕੁਐਸਚਨਸ ਨੇ। ਇਸ ਤੋਂ ਬਾਅਦ ਹੀ ਮੈਂ ਆਪਣੇ
ਫੀਸ ਇਹ ਚੀਜ਼ਾਂ ਸਾਰੀ ਕੁਝ ਡਿਸਾਈਡ ਦੇਖੋ ਕਰ ਸਕਦੇ ਡਿਟੇਲ ਹੋ। ਇਨਫੋਰਮੇਸ਼ਨ ਚਾਹੀਦੀ ਤੁਸੀਂ ਪਲੀਜ਼ ਸਾਡੇ ਜਿਹੜੇ ਆਪਾਂ ਨੰਬਰ ਤੁਹਾਨੂੰ ਬੋਲੇ ਹੈਗੇ ਨੇ ਜਾਂ ਸਾਡੇ ਤੁਸੀਂ ਨੰਬਰ ਆਪਾਂ ਦੇ ਰਹੇ ਹੈਗੇ ਆ ਤੁਸੀਂ ਉਹਨਾਂ ਤੇ ਆਪਣਾ ਪ੍ਰੋਫਾਈਲ ਸ਼ੇਅਰ ਕਰੋ ਤਾਂ ਕਿ ਆਪਾਂ ਐਗਜ਼ੈਕਟ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਪਾਈਏ। ਔਰ ਬਹੁਤ ਜਲਦੀ ਆਪਾਂ ਸਰ ਆਪਣਾ ਟੋਲ ਫ੍ਰੀ ਨੰਬਰ ਹੀ ਲਾਂਚ ਕਰ ਰਹੇ ਹਾਂ। ਟੋਲ ਫ੍ਰੀ ਨੰਬਰ ਲਾਂਚ ਕਰ ਰਹੇ ਹਾਂ ਜਿੱਥੇ ਤੁਹਾਨੂੰ ਸਾਡੇ ਕਾਉਂਸਲਰਸ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੈਗੇ ਹੋ, ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ। ਉਹ ਸਭ ਪ੍ਰੋਫਾਈਲ ਜਿਹੜਾ ਹੈਗਾ ਆਟੋਮੈਟਿਕਲੀ ਅਗਰ ਤੁਸੀਂ ਟੋਲ ਫ੍ਰੀ ਨੰਬਰ ਤੇ ਸਾਡੇ ਨੰਬਰਸ ਤੇ ਦੇ ਰਹੇ ਹੋ ਆਟੋਮੈਟਿਕਲੀ ਸਾਡੇ ਕੋਲ ਪਹੁੰਚੇਗਾ ਤੇ ਦੈਨ ਵੀ ਵਿਲ ਰਿਵਰਟ ਔਨ ਦੈਟ। ਆਪਾਂ ਤੁਹਾਨੂੰ 100% ਰਿਵਰਟ ਕਰਾਂਗੇ। ਕਾਉਂਸਲਰਸ ਇਸ ਕਰਕੇ ਦਿੱਤਾ ਜਾਏਗਾ ਤੁਹਾਨੂੰ ਤਾਂ ਕਿ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਨੇ ਉਹ ਹਰ ਟਾਈਮ ਤੁਹਾਨੂੰ ਆਨਸਰ ਕਰ ਪੈਣ। ਜਸਟ ਦਮ ਰੇਟ ਜੀ ਬੇਟਾ ਮੈਨੂੰ ਵੈਸੇ ਬਲੂਮਸਬੈਰੀ ਦੇ ਹਰ ਆਫਰ ਤੇ ਨਾਮ ਆ ਰਿਹਾ ਮੇ ਵੀ ਕੋਈ ਟੈਕਨੀਕਲ ਹੈ ਵੈਸੇ ਐਸਾ ਮੇਰੀ ਨੌਲੇਜ ਚ ਕੋਈ ਵੀ ਆਫਰ ਐਸਾ ਨਹੀਂ ਹੈਗਾ ਬਟ ਅਗਰ ਤੁਹਾਡੇ ਮੇ ਵੀ ਤੁਸੀਂ ਸਕਿਪ ਕਰ ਰਹੇ ਹੋ ਤੁਸੀਂ ਆਪਣਾ ਆਫਰ ਮੈਨੂੰ ਹੁਣੇ ਇਮੀਡੀਏਟਲੀ ਸ਼ੋ ਤੋਂ ਤੁਰੰਤ ਬਾਅਦ ਆਪਣਾ ਆਫਰ ਮੇਰੇ ਨੰਬਰ ਤੇ 9781328195 ਤੇ ਮੈਨੂੰ WhatsApp ਕਰੋ ਤਾਂ ਕਿ ਮੈਂ ਪਹਿਲੇ ਤੁਹਾਡੀ ਪ੍ਰੋਬਲਮ ਰਿਜ਼ੋਲਵ ਕਰਾਂ ਕਿ ਕੀ ਹੈਗੀ ਹੈ। अजयपाल मीना जी कह रहे हैं आफ्टर ग्रेजुएशन 6 इयर्स गैप है यूके भी। मीना जी हमने आपको बताया कि यूके में 6 इयर्स गैप कोई दिक्कत नहीं है बट आपके प्रोफाइल के ऊपर दोबारा डिपेंड करता है। आप प्लीज अपना प्रोफाइल शेयर करें, हम लोग आपके हर क्वेश्चन का आंसर देने के लिए तैयार है। वी डोंट हैव एनी इशू। और आपने तो बताया कि हमारे रेफरेंस से है, आप किसी के रेफरेंस से आपके फ्रेंड का वीजा लगा है तो ट्रस्ट ऑन अस, वी विल गिव यू द राइट गाइडेंस। देखिए आपका वीजा लगेगा तभी तो हमें कुछ मिलेगा, अगर आपका वीजा ही नहीं मिला तो हमें क्या मिलने वाला है। ਤੇ ਜਸਦਮ ਰੈਡ ਜੀ ਇੱਕ ਵਾਰ ਆਪਣਾ ਐਗਜ਼ੈਕਟ ਨਾਮ ਮੈਨੂੰ ਜਰਾ ਦੱਸੋ। ਮੈਨੂੰ ਹੁਣ ਤੁਹਾਡੇ ਗੱਲ ਕਰਦੇ ਕਰਦੇ ਆਮ ਜਸਟ ਥਿੰਕਿੰਗ ਕਿ ਵਾਈ ਮੈਂ ਨਾਲ ਹੀ ਕੱਢ ਲੈਣਾ ਆਨਲਾਈਨ ਆਫਰ ਲੈਟਰ ਤੁਹਾਡਾ। ਤੁਸੀਂ ਮੈਨੂੰ ਆਪਣਾ ਨਾਮ ਪ੍ਰੋਪਰ ਲਿਖ ਕੇ ਜ਼ਰੂਰ ਦੱਸਣਾ ਕਿਉਂਕਿ ਤੁਹਾਡਾ ਜਸਦਮ ਰੈਡ ਦਾ ਨਾਮ ਮੇਰੇ ਰਿਕਾਰਡ 'ਚ ਨਹੀਂ ਹੈਗਾ। ਪ੍ਰੋਪਰ ਨੇਮ ਕੀ ਹੈ ਉਹ ਮੈਨੂੰ ਜ਼ਰੂਰ ਦੱਸਣਾ। ਨੰਬਰ ਤੇ ਆਫਰ ਲੈਟਰ ਤੁਸੀਂ ਸ਼ੇਅਰ ਕਰ ਦਿਓ ਸਾਨੂੰ। ਪ੍ਰਵੀਨ ਚੌਧਰੀ ਜੀ ਮੈਨੂੰ ਨਹੀਂ ਪਤਾ ਤੁਹਾਡਾ ਕਰਨਾਲ ਬ੍ਰਾਂਚ 'ਚ ਐਸਾ ਕੀ ਐਕਸਪੀਰੀਅੰਸ ਰਿਹਾ ਕਿ ਤੁਹਾਨੂੰ ਉਹਨਾਂ ਨੇ ਗਾਈਡ ਨਹੀਂ ਕੀਤਾ ਜਾਂ ਕਿਆ ਰਿਹਾ। मैं जरूर गल करांगी करनाल विच क्योंकि ऐसा जनरली मेनू कोई ऐसी अपडेट नहीं है बट इन केस सर अगर आपको लगता है कि करनाल ब्रांच से आपको अच्छा रिस्पॉन्स नहीं मिला वी आर हेयर सर, मैं भी करनाल से बिलोंग करती हूँ, डोंट वरी मैं उसी एरिया से रहने वाली हूँ। तो आप कभी भी मुझसे अप्रोच कीजिए, मेरा नंबर मैंने आपको ऑलरेडी प्रोवाइड कर दिया और मैं करनाल ब्रांच से भी बात करूंगी। मे भी सर क्या इशू होगा उसके लिए मैं कोई कमेंट नहीं करती हूँ। और हमारे को कुलजीत राय जी ने पूछा न्यूजीलैंड स्टडी वीजा तो कोई अपडेट। कुलजीत जी सारा का सारा शो ही न्यूजीलैंड स्टूडेंट वीजा ते है। बिल्कुल न्यूजीलैंड स्टूडेंट वीजा ओपन हो चुका है। न्यूजीलैंड स्टडी वीजा ओपन हो चुका है 5.5 नोट लेस देन 5 बैंड्स ਦੇ ਨਾਲ +2 ਅਗਰ ਕੀਤੀ ਹੈ, ਅਗਰ ਆਪਾਂ ਗ੍ਰੈਜੂਏਸ਼ਨ ਕੀਤੀ ਹੈ 6 ਨੋਟ ਲੈਸ ਦੇਨ 5.5 बैंड्स ਦੇ ਨਾਲ न्यूजीलैंड ओपन हो चुका हैगा। अगर कोई भी स्टूडेंट्स अपनी एप्लीकेशंस अप्लाई करना चाहता है सानू साडे सोशल मीडिया साडे नंबर्स ते कॉल कर सकता है, अपने प्रोफाइल शेयर कर सकता है या साडी ब्रांच के अंदर विजिट करके सानू मिल सकता है। दमन दुगा जी कह रहे ने दे आर रियली वेरी गुड। थैंक यू जी दमन जी, तुसी बहुत मेनू तुहाडा पूरा केस भी याद है वैसे। थैंक यू सो मच, तुसी भी बहुत ट्रस्ट कीता सर। अगर असी गुड आ ते ताही हैगे बिकॉज तुसी भी गुड हो ऑब्वियसली। ते आई थिंक काफी अच्छा रहा हैगा। अनवी जोशी तुसी नंबर मांग रहे हो मैम, मैंने नंबर ऑलरेडी दे दिया हुआ है 9781328195। मैं अपना नंबर आपको एक काम करती हूँ कमेंट बॉक्स में मैं नंबर लिख ही देती हूँ ताकि आप सबको अगर दिक्कत आ रही है तो I'll write it. It's 97813 it's for Vibha. Vibha is my name. WhatsApp number पे मैं अवेलेबल हूँ and I'm writing for Praveen sir as well. So 98884915 is Praveen's number. मैंने इसको कमेंट बॉक्स में लिख दिया ताकि क्योंकि बार बार नंबर हो रहे थे तो कोई हिंदी में आपको मैसेज आ रहा था। अच्छा हिंदी तो मेरी मोहार कॉलेज दी वीजा सक्सेस कितनी है स्पेशली मिसिसागा कैंपस। इट्स गुड बिकॉज इट्स अ गवर्नमेंट कॉलेज, DLI अप्रूव्ड है। तो किसी भी कैंपस जो कर रहे हैं देखिए ये मैटर नहीं करता आपने एप्लीकेशन कहाँ से अप्लाई किया। आप कोई भी इंफॉर्मेशन लेना चाहते हो तो आप हमसे मैसेज डाल सकते हो, ड्रॉप बॉक्स में मैसेज डाल के दे सकते हो ताकि हम लोग आज आपके टॉपिक पे बात नहीं कर पाए। डेफिनेटली हम लोग कल जरूर नेक्स्ट शो में जरूर बात करेंगे। एक तो सर रह गए हैं वो भी मैं कहने का ही रही हूं फिनिश। निधि राणा जी कह रहे हैं द बेस्ट इमिग्रेशन एवर। थैंक यू निधि जी। मिस्टर रोहन कह रहे हैं ग्रेट टीम। थैंक यू जी, थैंक यू सो मच। जिन्होंने करनाल ਦਾ एक्सपीरियंस सही नहीं ਰਿਹਾ ਉਹ ਮੇਰੇ ਨਾਲ ਜ਼ਰੂਰ ਕੰਟੈਕਟ ਕਰਨ। ਮੈਂ ਥੋੜਾ ਜਿਹਾ ਕੋਸ਼ਿਸ਼ ਕਰਾਂਗੀ ਪਲੀਜ਼ ਆਪਣਾ ਨੰਬਰ ਸ਼ੇਅਰ ਕਰੋ ਤਾਂ ਕਿ ਆਪਾਂ ਕਰਨਾਲ ਬ੍ਰਾਂਚ ਦੇ ਵਿੱਚ ਗੱਲ ਕਰ ਪਾਈਏ ਔਰ ਤੁਹਾਡੀ ਪ੍ਰੋਬਲਮ ਜਿਹੜੀ ਉਹਨੂੰ ਸੋਲਵ ਕਰਵਾ ਪਾਈਏ। ਰੋਇਲ ਮਾਨ ਜੀ ਦਾ ਇੱਕ ਕੁਐਸਚਨ ਰਹਿ ਗਿਆ ਯਾਰ, ਇਹ ਵੀ ਦੇਖ ਹੀ ਲਈਏ ਜੀ। UK without IELTS say I have done my BCom with 79% and I have 65% in 12th but I got refused from Canada in 2018. तो ओवरऑल 65% in English, overall 71। बट एक क्वेश्चन रह गया, तुसी 2018 च रिफ्यूज हो गए कनाडा तो, बट देन व्हेन यू डिड योर BCom मेरे को इसका आंसर चाहिए। इफ यू हैव डन योर BCom after 2018 you are eligible for UK but then 6.5 नोट एंड 6 है नहीं अब नहीं सर बिकॉज़ प्लीज अपना IELTS भी मेंशन कर विदाउट दीजिए। IELTS तो UK अप्लाई करना चाहते हो विदाउट IELTS प्रोग्राम ਦੇ ਵਿੱਚ
2018 तो बाद थोड़ा सा बेटे मैंने व्हाट्सएप नंबर डाला है अपना, तो आप अपना मेरे को प्रोफाइल अपना जरूर शेयर नंबर करो पे ताकि हम जरूर लोग शेयर आपको करो, एक रिवर्ट बार कर पाए। देख लेती हूँ मैं। जी और मेरे आई को थिंक लगता है कि उसके नाउ साथ इट्स wrap up टाइम टू करें फाइंड हम। अप रैप अप। बिल्कुल। आपके कोई भी क्वेश्चन अगर हम लोग आंसर नहीं दे पाए उसके लिए हमारी तरफ से सॉरी है, Sorry। बट डेफिनेटली विल ट्राई ट्राई बहुत टू किया कि हम सब लोग कुछ कवर हो जी जाए, बिल्कुल, बट बस रह ही कुछ ना जाता है। कुछ तो छूटेगा जरूर। हम लोग नेक्स्ट टाइम कोशिश करेंगे नेक्स्ट शो में कि आपके जो क्वेरीज हैं उसका हम लोग प्रॉपर आंसर दे पाए। लेट्स रॉक न्यूजीलैंड अगेन। जी बिल्कुल बिल्कुल। आप न्यूजीलैंड में, यूके में, ऑस्ट्रेलिया, कनाडा और यूरोप में अपनी एप्लीकेशन अप्लाई करना चाहते हैं तो प्लीज आप नवा शहर और हमारी ब्रांचेज में विजिट कीजिए। हमारी ब्रांच नवा शहर में है, बलाचौर में, चंडीगढ़ 35C, कोटकपुरा फरीदकोट, हरियाणा में अंबाला, बराड़ा जो कि मेरा होम टाउन है वहां पे है, करनाल और यमुनानगर, और एक हमारी ब्रांच उत्तराखंड काशीपुर में। ਰੋਇਲ ਮਾਂਜੀ ਦਾ ਇੱਕ ਆ ਗਿਆ ਹੈਗਾ, ਬਸ ਇਹਨਾਂ ਨੂੰ ਆਪਾਂ ਆਨਸਰ ਕਰ ਦਈਏ। रोयल मान जी को हम लोग आई क्या थिंक क्वेश्चन उनका? ਆਪਾਂ ਰੋਇਲ ਮਾਨ ਜੀ ਨੂੰ ਉਹਨਾਂ ਨੇ ਕਿਹਾ ਕਿ ਮੈਂ 2018 ਚ ਕੈਨੇਡਾ ਰਿਫਿਊਜ਼ਲ ਤੋਂ ਬਾਅਦ ਆਪਣੀ ਬੀਕॉम शुरू कर दी थी, 21 च तो कंप्लीट 21 कंप्लीट हो गई है तो मोस्ट वेलकम आप आइए, हमें आयल्स की जरूरत नहीं है। मोस्ट वेलकम हम लोग आपका विदाउट आयल्स में। देखिए यूके की जो रिक्वायरमेंट्स है, इमिग्रेशन की रिक्वायरमेंट्स नहीं है आयल्स और विदाउट आयल्स, वो तो यूनिवर्सिटीज की रिक्वायरमेंट्स है। कुछ यूनिवर्सिटी ने जो विदाउट आयल्स प्रोग्राम करवाया उसके अंदर वो इंटरव्यू लेते हैं या फिर आपका एक टेस्ट लेते हैं, वो डिपेंड करता है, हर यूनिवर्सिटी का अपना क्राइटेरिया है, उसके हिसाब से हम लोग आपको एडवाइस करेंगे। तो आप अपनी यूके की अगर एप्लीकेशन रॉयल मांझी अप्लाई करना चाहते हो, यू हैव टू बी फास्ट, थोड़ा सा फास्ट हो, क्योंकि अनसर्टेन है, कब ये विदाउट आयल्स प्रोग्राम बंद हो जाए इस बात की कोई गारंटी नहीं है या कमिटमेंट नहीं की जा सकती। आई एम ऑलरेडी इन न्यूजीलैंड जस्ट बिकॉज ऑफ सर एंड मैम, थैंक्स फॉर दैट। फिर तो बहुत अच्छी बात है सर, फिर रेजिडेंसी बस मिल गई होनी है। थैंक यू सो मच। चलिए चलिए, थैंक यू सो मच जी, थैंक यू, नमस्कार।